ਹੋਵੇ ਸਿਵਤਕ ਸਮਾਧੀ ਹੋਰੇ ਅਰਸੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਮੁਖ ਤੇ ਸੁਨ ਕੈ ਸੁਭ ਬਾਣੀ ਸਿੱਖਨ ਧਰ ਸ਼ਰਧਾ ਉਰਿਆਨੀ। ਇਕ ਜਮਾਲ ਜਿਹ ਨਾਮ ਸੋਇਆਇਓ ਸ੍ਰੀ ਸਤਿਗੁਰ ਕੋ ਸੀਸ ਨਿਵਾਇਓ। ਸ੍ਰੀ ਮੁਖ ਤੇ ਸੁਨ ਕੈ ਸੁਭ ਬਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ, ਆਪ ਸਰਬੱਤ ਸੰਗਤਾਂ ਸ਼ਾਮਾਂ ਦੇ ਵਕਤ ਸੁਦਰ ਦੀ ਬਾਣੀ ਦੇ ਜਾਪ ਤੋਂ ਉਪਰੰਤ ਸਤਿਕਾਰਯੋਗ ਰਾਗੀ ਸਿੰਘ ਸਾਹਿਬਾਨਾਂ ਦੁਆਰਾ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਅੰਮ੍ਰਿਤ ਵਰਖਾ ਕੀਰਤਨ ਰੂਪ ਵਿੱਚ ਹੋਈ। ਉਸ ਤੋਂ ਉਪਰੰਤ ਜੋ ਕਥਾ ਦੇ ਲਈ ਸਮਾਂ ਨਿਯਤ ਹੈ ਉਸ ਦਾ ਲਾਹਾ ਪ੍ਰਾਪਤ ਕਰਨਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ ਕਿ ਗਾਵਿਆ ਸੁਣਿਆ ਥਾਂ ਪੈ ਜਾਏ। ਥਾਂ ਪਏਗਾ ਜੇ ਸ਼ਰਧਾ ਹੋਏ। ਸ਼ਰਧਾ ਤੋਂ ਬਿਨਾ ਗਾਵਿਆ ਸੁਣਿਆ ਥਾਂ ਹੀ ਨਹੀਂ ਪੈਂਦਾ। ਸਤਿਗੁਰ ਦੀ ਆਗਿਆ ਸਤ ਸਤ ਕਰਕੇ ਮੰਨਣ ਵਾਲੇ ਨੂੰ ਹੀ ਗੁਰਬਾਣੀ ਦਾ ਫਲ ਪ੍ਰਾਪਤ ਹੁੰਦਾ। ਸੋ ਜੋ ਆਪ ਜੀ ਨੇ ਸਕੱਤਰ ਸਾਹਿਬ ਤੋਂ ਸਰਵਣ ਕੀਤਾ ਗੁਰਪੁਰਬਾਂ ਬਾਰੇ, ਨਾਨਕਸ਼ਾਹੀ ਕੈਲੰਡਰ ਦੀਆਂ ਜਿਹੜੀਆਂ 4 ਸੋਧਾਂ ਉਹਦੇ ਅਨੁਸਾਰ 4 ਤਰੀਕਾਂ ਬਿਲਕੁਲ ਦਰੁਸਤ ਕੀਤੀਆਂ ਗਈਆਂ। ਬਾਕੀ ਜਿਉਂ ਦਾ ਤਿਉਂ ਹੈ, ਕੌਮ ਦੇ ਫੈਸਲੇ ਨਾਲ ਆਪਾਂ ਨੂੰ ਕੋਈ ਕਿੰਤੂ ਕਰਨ ਦੀ ਲੋੜ ਨਹੀਂ। ਪਰ 29 ਸਰੋਤਾਂ ਦੇ ਅਨੁਸਾਰ ਇੱਕ ਵੀ ਸਰੋਤ ਦੇ ਅਨੁਸਾਰ ਇਹ ਗੁਰਪੁਰਬ ਨਹੀਂ। ਜੀਵਨ ਬੋਰੇ ਤੁਹਾਡੇ ਕੋਲ ਲੱਗੇ ਹੋਏ ਆ, ਉਹਦੇ ਅਨੁਸਾਰ ਵੇਖੋਗੇ ਤੇ ਪਰ ਫਿਰ ਵੀ ਜੇ ਤਖਤਾਂ ਦੇ ਸਿੰਘ ਸਾਹਿਬਾਨਾਂ ਨੇ 4 ਸੋਧਾਂ ਕਰਕੇ ਬਾਕੀ ਦੇ ਨੂੰ ਜਿਉਂ ਦਾ ਤਿਉਂ ਰੱਖ ਲਿਆ ਤਾਂ ਫਿਰ ਕਿਸੇ ਹਰੀ ਸਿੰਘ ਵਰਗੇ ਨੂੰ ਉਹਦੇ ਤੇ ਕਿੰਤੂ ਕਰਨ ਦੀ ਲੋੜ ਹੀ ਨਹੀਂ। ਦਿਹਾੜਾ ਗੁਰੂ ਸਾਹਿਬਾਨਾਂ ਦੀ ਯਾਦ ਕਦੇ ਕੌਮ ਮਿਲ ਬੈਠ ਕੇ ਵਿਚਾਰ ਕਰੇਗੀ, ਇਹ ਦਰੁਸਤੀਆਂ ਹੋ ਜਾਣਗੀਆਂ। ਨਹੀਂ ਜੋ ਕਰਦੇ ਪੁਰਖ ਨੂੰ ਪਾ ਰਿਹਾ। ਗੁਰਪੁਰਬ ਮਨਾਉਣ ਦਾ ਫਲ ਬਹੁਤ ਵੱਡਾ ਹੈ। ਬਸ 2-4 ਅੱਖਰ ਗੁਰਪੁਰਬ ਦੇ ਮਤਲਬ ਕਹਿ ਕੇ ਦਾਸ ਅੱਗੇ ਲੜੀਵਾਰ ਕਥਾ ਦੀ ਹਾਜ਼ਰੀ ਕਰੇਗਾ। ਗੁਰਪੁਰਬ ਦਾ ਅਰਥ ਹੈ ਗੁਰੂ ਘਰ ਵਿੱਚ ਗੁਰੂ ਸਾਹਿਬਾਨਾਂ ਦੇ ਨਾਲ ਸੰਬੰਧਿਤ ਕੋਈ ਪੁਰਬ ਕੀ ਉਤਸਵ। ਗੁਰ ਜਮਾ ਪੁਰਬ, ਪੁਰਬ ਨਾਮ ਉਤਸਵ ਦਾ। ਪੁਰਬ ਨਾਮ ਪੁੰਨ ਰੂਪ ਜਗ੍ਹਾ ਦਾ ਵੀ ਹੈ ਔਰ ਪੁਰਬ ਨਾਮ ਪੁੰਨ ਪੈਦਾ ਕਰਨ ਵਾਲੇ ਦਿਹਾੜੇ ਦਾ ਵੀ ਹੈ। ਕਿ ਹਿੰਦੂ ਮਤ ਦੇ ਅੰਦਰ 10 ਪੁਰਬ ਹਨ। ਜੇਠ ਸਮਾਸੇ ਸ਼ੁਕਲਾ ਪੱਖੇ ਦਸਵੀਂ ਤਿਥੀ ਹਸਤ ਨਰਤੇ ਬੁੱਧਵਾਰ ਤਿਥੀ ਕਰਨ ਕੰਨਿਆ ਕਾ ਚੰਦਰਮਾ ਬਿਰਗ ਕਾ ਸੂਰਜ ਆਦਿ। ਹਰ ਦੂਸਰੀ ਪੱਧਤੀ ਹਿੰਦੂ ਮਤ ਵਿੱਚ ਪੁਰਾਣਾਂ ਦੇ ਅੰਦਰ ਇਹ ਹੋਰ ਤਰੀਕੇ ਦੇ ਨਾਲ ਵੀ ਹੈ, ਪਰ ਉਹ ਪੁਰਬ ਹਨ। ਗੁਰੂ ਨਾਨਕ ਦੇ ਘਰ ਵਿੱਚ 10 ਪੁਰਬ ਸਦਾ ਦਸਹਰਾ। ਉੱਥੇ 10 ਪੁਰਬ ਕਦੇ ਕਦੇ ਆਉਂਦੇ ਆ। ਇੱਥੇ 10 ਪੁਰਬਾਂ ਦਾ ਇਕੱਠ ਹਰ ਰੋਜ਼ ਹੀ ਹੁੰਦਾ। ਜਿੱਥੇ ਸਤਸੰਗ ਦੀ ਇਕੱਠੀ ਹੁੰਦੀ ਹੈ ਉੱਥੇ ਇੱਕ ਪੁਰਬ ਦੀ ਆਵਾਜ਼ ਨਹੀਂ, 10 ਪੁਰਬਾਂ ਦਾ ਸਮਾਂ ਬਿਤਾਓ। 10 ਗੁਣਾ ਫਲ ਹੈ। ਇਹ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ
इस पुरब के समय को कहते कुरबानी तिन्हां गुरसिखां पाए भगत गुरपुरब कर, या कहते हैं पाओ भगत गुरपुरब कर नामदान इशनान करवाया। तो एक मिष्टान पान लावत महाप्रसाद, एक गुरपुरब कह सिखन बुलावे। इत्थे भी गुरपुरब का जिक्र आया। तो गुरपुरब मनाउण वाले दिन एक मिष्टान पान लावत महाप्रसाद, एक गुरपुरब कह सिखन बुलावे। सिखां नूं बुलाउणा कि भाई गुरपुरब है। भाई गुरदास साहब जी ने पूछया, ये भाई साहब जी तुहाडे वर्गे तत्वेते जिन्हां ने 4 गुरुआं की संगत की हुई है, ये तुहातों बड़े तुहानूं वेद व्यास का रुतबा है, ये कृपा करके दसो गुरपुरब मनाउण का लाभ की है। हाँ भाई साहब जी फरमान करते हैं, तीर्थ पुरब संजोग विच 68 तीर्थां दे इशनान का जो फल है और 10 पुरब हिंदू मत के जिहड़े उन्हां दे मनाउण का जो फल है, ये सारे फल नूं एक थां ते इकट्ठा कर लईए। तीर्थ पुरब संजोग विच इन्हां सारे महात्म दे विचों जे आपां कहीए भी गुरपुरब मनाउण का जिहड़ा फल है इन्हां वर्ग है जां इन्हां विचों किसी एक वर्ग है, कहंदे गलत बात। 68 तीर्थां दे इशनान का महात्म बराबर नहीं आ सकता, 10 पुरबां दे मनाउण का महात्म बराबर नहीं आ सकता। तीर्थ पुरब संजोग विच 10 पुरबी गुरपुरब ना पाया, ये भाई साहब जी ने। इस करके पर नाल विधान भी है, किहड़े दिहाड़े गुरपुरब हैं, किहड़े दिहाड़े गुरपुरब नहीं हैं, इहदा भी निर्णय। जिवें लॉ दीयां किताबां हुंदियां बणीआं होईआं, सारे कानून लिखे होंदे ने, उहदे जिन्हें LLB करनी है ये उन्होंने सारियां किताबां वेखणियां पैंदियां। इस तरह भाई कुछ लॉ के गुरमत के जे पुस्तक ने, जिवें रहतनामे ने, गुरु साहब वालों हुक्मनामे ने, बनाई हुई रहत मर्यादा है, ये उहदे विच ऐसा जिक्र है कि किहड़े दिहाड़ियां नूं गुरपुरब कह सकते हैं, किहड़ियां दे उत्ते पाबंदी है कि नहीं कह सकते। संबंध उन्हां दा भी गुरु घर दे नाल है दिहाड़ियां दा, लेकिन उत्ते लिखत रूप च पाबंदी है, गुरपुरब नहीं कह सकते। वो की है, दसे गुरु साहिबान गुरु नानक तो गुरु गोबिंद सिंह साहब तक जिस दिन किसी गुरु साहिबान का भी अवतरण होया, संसार के उन्हों का शरीर प्रगट होया, वो दिहाड़े नूं निरसदे गुरपुरब कह सकते। गुरु दे नाल संबंधित वो दिहाड़ा जिहड़ा उत्सव वाला है, सिखां नूं जिहड़ा उत्साहित करदा है और सिखां नूं खुशियां रखेड़े दे रहा है। इस करके ये निरसदे गुरपुरब नहीं तो दसे ये गुरपुरब। ते दूसरा, दसे गुरु साहिबानां विचों 9 गुरु साहिबान गुरु नानक नूं छड्ड के, क्योंकि गुरु नानक की गुरता गद्दी जिहड़ी आ वो कोई दिन नियत नहीं है। अकाल पुरख के दर ते गुरता गद्दी प्राप्त हुई, गुरु स्वरूप विच प्रगट हुए। इस करके उन्हां दा अवतार पुरब ते उन्हां दा गुरता गद्दी पुरब एक ही है, आदों ही गुरु साहब। इस करके 9 गुरु साहिबानां दे गुरता गद्दी दिवस ते 10 गुरु साहिबानां दे अवतार दिहाड़े, 9 गुरु साहिबानां दे गुरु नानक तो बिना गुरता गद्दी और 11वां सतगुरु श्री गुरु ग्रंथ साहिब जी की गुरता गद्दी और गुरु ग्रंथ साहिब जी का प्रकाश 1661 विक्रमी संवत भादरों सुधी 1 नूं होया। ते ये सारे दिहाड़े जिहड़े गुरपुरब कहे जा सकते, इन्हां दे नाल
खालसे का विसाखी का दिहाड़ा, जिस दिन सतगुरु महाराज साहब जी ने खालसे को प्रगट किया। 1756 विक्रमी संमत 1 वैसाख, 30 मार्च 1699 की विसाखी, ये भी गुरपुरब। इस तो बिना जिस दिन कोई भी गुरु साहबान अपने शरीर को ओले करते हैं, वो गुरपुरब नहीं है, क्योंकि उस दिन उत्सव नहीं है सिखा नूं, बल्कि निराशता है। उस दिन सिखा के मन में वैराग है कि गुरु साहब शरीर करके साढ़े को जा रहे हैं। 2 गुरु साहबाना के दिहाड़े, 10 गुरु साहबाना चों 5वें और 9वें, ते इन्हां नूं शहीदी जोड़ मेले कहा जा सकता है, शहीदी दिवस कहा जा सकता है। शहीदी गुरपुरब कहना लिखते अनुसार तो वाजब नहीं, पर बड़े बड़े सियाणे कहते सुने गए है, एक बंदा सारिਆਂ ते किंतु करी जा, वो भी कोई बहुत ही चंगी गल। मैं इस गल तो भी संकोच करदा, पर जो कुछ लिखिया वो ना आप जी नूं बेनती करा तो मैं देणदार होऊंगा। ये लिखत रूप दे विच है भी जदों गुरु साहब ज्योति जो सवाए, इन्हां नूं कदे भुल के भी गुरपुरब नहीं कहना, ये लिखत है। इस तरह गुरपुरब जिहड़े हन, इस मनाउण दा बहुत बड़ा महात्म भाई गुरदास साहब जी ने लिखिया है। ये तीर्थ पुरब संजोग विच गुरपुरबी 10 पुरबी गुरपुरब ना पाए। 10 पुरब जिहड़े हिंदू मत के 68 तीर्थों का इशनान ये मुकाबले च नहीं आ सकते। इस करके भाई गुरसिखा नूं गुरपुरब मनाने चाहिए है। ये 239 साल सिखा ने कदे सिखा का ना जन्मदिन मनाया सी, ना मरण दिन मनाया। 239 साल बाद दे विच ये रिवाज हौली हौली चलता चलता इन्ना जोर फड़ गया भी हुण 4 गुरपुरब लंघ जाने, उन्हां दी कोई परवाह नहीं। एक एक महात्मा का महीना महीना जिहड़ा उहदा दिन मनाई जाना है। गुरपुरब भावें 4 लंघ जाण, गुरपुरब का कोई चेता नहीं। महात्मा के दिहाड़े मनाओ, जीत सदके मनाओ, मनाने चाहिए। पुरातन सिख तो नहीं सी मनाते, वो कहते हाथी की पैड़ सारिया पैड़ा आ जाए, जो गुरपुरब मना लिया सारे दिहाड़े मनाए गए। तो वो तो हुण गुरमत तो थोड़ी जी दूर है भी मैं उस भाईचारे च रह के अपनियां दी वो ज़्यादा बेइज्जती करा, वो भी मेरे वास्ते भी वाजिब गल नहीं, पर सच्चाई भी प्रगट करनी पैंदी। 239 साल विच सिख ये भावना रखी, गुरु नानक तो लैके गुरु गोबिंद सिंह साहब तक 239 साल बनते, ये भावना रखी कि गुरपुरब मनाओ बस। ते सिख गुरपुरब के विश्वास, क्योंकि महात्म गुरपुरब मनाउण दा है। ये सतगुरु महाराज साहब जी कृपा करन, सिख जगत जदों भी किसी गुरु साहब जी का पावन दिहाड़ा आवे, बद चढ़ के उत्सव के नाल मनाउणा चाहिए। पुण्य कर्म बद आओ हुण जो लड़ीवार कथा चलती है सुनना करो जी। श्री वाहिगुरु जी श्री मुक्ते सुन के शुभ बानी। सतगुरु महाराज साहब जी के पिछे जो विचार आप जी ने सुनी है, ये 4 प्रकार की चर्चा की व्याख्या आप जी ने विस्तार नाल सुनी। श्री गुरु हरगोबिंद साहब महाराज ने बहुत बरीकी तक गुरसिखां नूं उपदेश दिता है। जिथे वो बड़ योधे भी सन, जिथे परोपकारी सन, दल भंजन गुरसूरमा बड़ योधा वो परोपकारी, उत्थे जदों किते ब्रह्म ज्ञान दियां बरीक तंदां कढ़दे है तो हर एक दे बस की बात नहीं है उन्होंने समझो। 4 प्रकार की चर्चा, क्योंकि चर्चा तो दुनिया करती फिरती है, ये भी नहीं पता कहता भी मैं चर्चा करनी है, जे उन्होंने यही पुछ ली भी होंगी कै प्रकार की है जी, ये तो पता नहीं। सो इस करके हर चीज़ का ज्ञान होना चाहिए जिहड़ी भी करनी है।
4 ਪ੍ਰਕਾਰ ਦੀ ਚਰਚਾ ਉਹਦੇ ਵਿੱਚੋਂ ਗੁਰੂ ਨੇ ਪਾਬੰਦੀ ਲਾਈ ਕਿ ਬਾਦ ਚਰਚਾ, ਹੇਤ ਚਰਚਾ 2 ਕਰਨੀਆਂ ਨੇ, ਤੇ ਇਹਦੇ ਵਿੱਚ ਕਦੇ ਵੀ ਜਲਪ ਚਰਚਾ ਤੇ ਵਿਧੰਡ ਚਰਚਾ ਇਹ ਕਦੀ ਵੀ ਨਹੀਂ ਕਰਨੀ। ਇਹਦੇ ਇਹ ਨੁਕਸਾਨ ਉਹ ਆਪ ਜੀ ਨੇ ਕਥਾ ਸੁਣ ਲਈ ਹੈ ਸਾਰੀ। ਇਸ ਤੋਂ ਬਾਅਦ ਕਿਉਂਕਿ ਗੁਰਸਿੱਖਾਂ ਦੀਆਂ ਸਾਖੀਆਂ ਚੱਲਦੀਆਂ ਨੇ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਬੈਠੇ ਆ, ਸ੍ਰੀ ਮੁਖ ਤੇ ਸੁਣ ਕੇ ਸੁਭਵਾਨੀ ਪਵਿੱਤਰ ਬਾਣੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਰਚਨਾ ਤੋਂ ਸੁਣ ਕਰਕੇ ਲਿਖਣ ਧਰ ਸ਼ਰਧਾ ਰਿਆਨੀ, ਹੋਰ ਨਾਮ ਹਿਰਦੇ ਦਾ ਹੈ। ਸਿੱਖਾਂ ਨੇ ਆਪਣੇ ਹਿਰਦੇ ਦੇ ਵਿੱਚ ਉਸ ਵਿਚਾਰ ਨੂੰ ਧਾਰਨ ਕਰ ਲਿਆ ਜੀ। ਇੱਕ ਜਮਾਲ ਜਿਹ ਨਾਮ ਸੋਇਆਇਓ, ਇੱਕ ਗੁਰੂ ਦਾ ਨਵਾਂ ਸਿੱਖ ਆਇਆ ਜਿਹਦਾ ਨਾਮ ਭਾਈ ਜਮਾਲ ਸੀ। ਇਤਿਹਾਸ ਵਿੱਚ ਇਹ ਨਾਮ ਹੈ ਇਸਦਾ। ਤਵਾਰੀਖ ਗੁਰੂ ਖਾਲਸਾ ਵਿੱਚ ਕੁਝ ਥੋੜੇ ਜਿਹੇ ਨਾਮਾਂ ਦਾ ਅੰਤਰਾ ਹੁੰਦਾ ਹੈ, ਪਰ ਜੋ ਗੁਰਪ੍ਰਤਾਪ ਸੂਰਿਆ ਗ੍ਰੰਥ ਵਿੱਚ ਲਿਖੇ ਨੇ ਆਪਾਂ ਉਹਨਾਂ ਨਾਮਾਂ ਦੇ ਬਗੈਰ ਹੀ ਚੱਲਣਾ। ਤੇ ਭਾਈ ਜਮਾਲ ਨਾਮੇ ਸਿੱਖ ਆਇਆ, ਪਹਿਲੀ ਵਾਰ ਗੁਰੂ ਦੇ ਦੀਦਾਰ ਕਰਨ ਵਾਸਤੇ ਗੁਰੂ ਕੀ ਹਜ਼ੂਰੀ ਵਿੱਚ ਪਹੁੰਚੇ। ਸ਼ੋਭਾ ਸੁਣੀ ਗੁਰੂ ਹਰਗੋਬਿੰਦ ਸਾਹਿਬ, ਦੀਦਾਰ ਨਹੀਂ ਸੀ ਕੀਤੇ, ਪਰ ਹੁਣ ਜਦੋਂ ਸਾਹਮਣੇ ਆਇਆ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂਡੀ, ਆਨੰਦਿਤ ਹੋ ਗਿਆ ਹੈ। ਸ੍ਰੀ ਸਤਿਗੁਰ ਕੋ ਸੀਸ ਨਿਵਾਇਓ, ਸ੍ਰੀ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੀਸ ਨਿਵਾਇਆ, ਨਮਸਕਾਰ ਕੀਤੀ ਹੈ। ਬੈਠ ਸਮੀਪ ਭਾਵ ਕੋ ਧਾਰਾ, ਸਮੀਪ ਨਾਮ ਹੈ ਨੇੜੇ ਦਾ, ਕੋਲ ਦਾ, ਲਾਗੇ ਦਾ, ਬਿਲਕੁਲ ਲਾਗੇ ਹੋ ਕੇ, ਜਿਹਦੇ ਵਿਚਾਲੇ ਹੋਰ ਕੋਈ ਤੀਸਰਾ ਬੰਦਾ ਨਹੀਂ। ਗੁਰੂ ਸਾਹਿਬ ਔਰ ਜਮਾਲ ਸਿੱਖ ਐਨ ਆਮੋ ਸਾਹਮਣੇ ਬੈਠ ਕੇ ਗੁਰੂ ਦੇ ਬਿਲਕੁਲ ਕੋਲ ਜਾ ਕੇ ਹੱਥ ਜੋੜ ਕੇ ਬੇਨਤੀ ਕਰਦਾ, ਗਰੀਬ ਨਵਾਜ ਜੀ ਲੇਤੋ ਭਇਓ ਪ੍ਰਸਾਦ ਵਰਤਾਰਾ। ਉਸ ਵੇਲੇ ਪ੍ਰਸਾਦ ਦਾ ਵਰਤਾਰਾ ਵਰਤ ਰਿਹਾ ਸੀ ਤੇ ਪ੍ਰਸਾਦ ਇਹਨੇ ਵੀ ਪ੍ਰਾਪਤ ਕੀਤਾ। ਪ੍ਰਸਾਦ ਪ੍ਰਾਪਤ ਕਰਕੇ ਗੁਰੂ ਦੇ ਐਨ ਨੇੜੇ ਬੈਠ ਗਿਆ ਹੈ। ਦੇਖ ਪ੍ਰਭਾ ਸਤਿਗੁਰ ਕੀ ਮੋਹ, ਤੇ ਪ੍ਰਭਾ ਨਾਮ ਸੋਭਾ ਦਾ ਹੈ। ਪ੍ਰਭਾ ਨਾਮ ਜਿਹੜੀ ਸ਼ੋਭਾ ਸੁਭਾਏਮਾਨ ਸਤਿਗੁਰੂ ਹੋ ਰਹੇ ਤੇ ਮਹਾਰਾਜ ਸਾਹਿਬ ਦੀ ਸੁੰਦਰਤਾ, ਪ੍ਰਭਾ ਸੁੰਦਰਤਾ ਨੂੰ ਵੀ ਕਹਿੰਦੇ। ਮਹਾਰਾਜ ਸਾਹਿਬ ਦੀ ਸੁੰਦਰਤਾ, ਸ਼ਾਂਤ ਪ੍ਰਭਾਵ ਨੂੰ ਵੇਖ ਕਰਕੇ ਸੁੰਦਰ ਸ਼ੀਤਲ ਸਸ ਸਮ ਸੋਹਾ, ਤੇ 2 ਚੀਜ਼ਾਂ ਦੇਖੀਆਂ ਜਵਾਬ ਨੇ। ਇੱਕ ਤਾਂ ਗੁਰੂ ਸਾਹਿਬ ਦਾ ਚਿਹਰਾ ਬਹੁਤ ਸੁੰਦਰ ਹੈ ਤੇ ਦੇਖਣ ਵਾਲਿਆਂ ਦੇ ਮਨ ਜਿਹੜੇ ਨੇ ਉਹ ਖਿੱਚੇ ਜਾ ਰਹੇ ਨੇ, ਜਿਵੇਂ ਲੋਹੇ ਦੀਆਂ ਬਰੀਕ ਬਰੀਕ ਤਾਰਾਂ ਨੂੰ ਚੁੰਬਕ ਮੈਗਨੇਟ ਆਪਣੇ ਵੱਲ ਖਿੱਚ ਲੈਂਦਾ ਹੈ। ਇੱਕ ਤਾਂ ਇਹ ਪ੍ਰਭਾਵ ਦੇਖਿਆ ਵੀ ਮੇਰਾ ਵੀ ਮਨ ਖਿੱਚਿਆ ਗਿਆ ਦਰਸ਼ਨ ਦੇਖ ਕਰਕੇ, ਤੇ ਦੂਸਰਾ ਸ਼ਾਂਤ ਰਸ ਹੈ ਬਹੁਤ। ਇਹ ਦੋਨੇ ਗੱਲਾਂ ਚੰਦਰਮਾ ਦੇ ਵਿੱਚ ਜਿਵੇਂ ਹਨ, ਚੰਦਰਮਾ ਸੋਹਣਾ ਵੀ ਲੱਗਦਾ ਹੈ ਔਰ ਚੰਦਰਮਾ ਦੇ ਵਿੱਚ ਸ਼ੀਤਲਤਾ ਵੀ ਹੈ। ਗੁਰਸਿੱਖ ਦੇਖੇ ਲਹਿ ਜਾਏ ਤਪਨਾ, ਗੁਰੂ ਦਾ ਮੁਖ ਵੀ ਚੰਦਰਮਾ ਦੀ ਨਿਆਈ ਹੈ। ਜੋ ਸੂਰਜ ਦੀ ਗਰਮੀ ਹੈ ਉਹ ਚੰਦਰਮਾ ਚੁੱਕ ਦਿੰਦਾ, ਸ਼ਾਂਤੀ ਦੇ ਦਿੰਦਾ। ਇਸੇ ਤਰ੍ਹਾਂ ਅਗਿਆਨ ਰੂਪੀ ਸੂਰਜ ਦੀਆਂ ਰਾਗ ਦਵੈਸ਼ ਦੀਆਂ ਕਿਰਨਾਂ ਤੋਂ ਜੋ ਧਰਤੀ ਰੂਪ ਬੁੱਧ ਜਿਹੜੀ ਹੈ ਉਹ ਤਪੀ ਹੋਈ ਹੈ ਨਾ, ਤੇ ਉਸ ਨੂੰ ਸ਼ਾਂਤੀ ਦੇਣ ਵਾਸਤੇ ਗੁਰਸਸ ਦੇਖੇ ਲਹਿ ਜਾਏ ਤਪਨਾ। ਇਹ ਭਾਈ ਅਧਿਕਾਰੀ ਦੀ ਉਹ ਵਸਤੂ ਹੁੰਦੀ ਹੈ। ਇਸ ਕਰਕੇ ਐਵੇਂ ਨਹੀਂ ਸਿਆਣਿਆਂ ਨੇ ਕਿਹਾ, ਬੰਦਾ ਉਹੀ ਕੁਝ ਸੁਣਦਾ ਜੋ ਸੁਣਨਾ ਚਾਹੇ, ਉਹੀ ਕੁਝ ਬੋਲਦਾ ਜੋ ਬੋਲਣਾ ਚਾਹੇ। ਕਿਸੇ ਦੇ ਕਹਿਣ ਦੇ ਨਾਲ ਕੋਈ ਬਹੁਤਾ ਅੰਤਰਾ ਨਹੀਂ ਪੈਂਦਾ। ਖੈਰ ਗੁਰੂ ਕਿਰਪਾ ਕਰੇ ਨਾ ਜੀ। ਹੱਥ ਜੋੜ ਅਰਦਾਸ ਉਚਾਰੀ, ਇਹਨੇ ਫਿਰ ਹੱਥ ਜੋੜ ਕੇ ਦੋਏ ਕਰ ਜੋਰ ਕਰੀ ਅਰਦਾਸ। ਅਰਦਾਸ ਕਰਨ ਦੇ ਨਾਲ ਇੱਕ ਮਰਿਆਦਾ ਵੀ ਦੋਨੇ ਹੱਥ ਜੋੜ ਲੈਣੇ। ਸਿੱਖ ਨੇ ਜਦੋਂ ਅਰਦਾਸ ਕਰਨੀ ਹੈ ਨਾ, ਤੇ ਅਰਦਾਸ ਹੱਥ ਜੋੜੇ ਬਿਨਾ ਸੰਪੂਰਨ ਨਹੀਂ ਹੈ। ਅਰਦਾਸ ਕਰਨ ਵੇਲੇ ਹੱਥ ਦੋਨੋਂ ਜੁੜੇ ਹੋਣੇ ਚਾਹੀਦੇ ਆ। ਦੋਨੇ ਹੱਥ ਜੋੜ ਕੇ ਅਰਦਾਸ ਕੀਤੀ, ਹੇ ਗਰੀਬ ਨਿਵਾਜ ਗੁਰੂ ਹਰਗੋਬਿੰਦ ਸਾਹਿਬ, ਮੈਂ ਅਭੈ ਆਇਓ ਸ਼ਰਨ ਤੁਮਾਰੀ। ਸਤਿਗੁਰੂ ਜੀ ਮੈਂ ਬਹੁਤ ਦੁਖੀ ਹੋ ਕੇ ਆਇਆ। ਆਪ ਦਾ ਅਰਥ ਹੈ ਹੁਣ, ਤੇ ਹੁਣ ਜੋ ਪਹਿਲਾ ਸਮਾਂ ਲੰਘ ਗਿਆ ਤੇ ਅਬ ਪਛਾਤ। ਅਬ ਦੇ 2 ਦਿਨ ਅਰਥ ਕੀਤੇ ਨੇ ਵਿਧਾਨ ਵਿੱਚ।
इस तो पश्चात हुण इस तो बाद ये गरीब नवाज मैं तुहाडी शरण विच आ गया, अगे वास्ते तुहाडी शरण 'च ही रहना चाहुंदा। सतगुर आयो शरण तुहारी, मिले सूख नाम हर शोभा, चिंता लाहे हमारी। आप कृपा कर दिओ जी। सिख आपनो मोहे बनावो, मैनू महाराज कृपा करके अपना सिख बना लो। ਇਹਦੇ ਲਈ मैं सिखी ਲਈ याचना करदा। ਹੁਣ तक आप जी ਦੇ दीदार नहीं सी कीते, दीदार करदे ही मन खिंचिया गया कि मैं तुहाडा सिख बन जाऊं। सतगुरु साहब ने अजे कोई उपदेश नहीं दिता, सतगुरु साहब जी ने कोई बख्यान नहीं किया, केवल दीदार बख्शे सिख नूं दीदार। दर्शन करदियां ही दर्शन पेख तापतरी मोच, दर्शन करदियां आद ब्याद उपाद अध्यात्म अधिदैव अधिभूत, ये तीन ताप खत्म हो गए। सतगुरु का स्वरूप रखण कीता। कलयुग दे विच सतगुरु कहाउण वालियां दा कोई घाटा नहीं, और होर किन्ने क जमणगे गुरु कहाउण वाले, इहदा भी कोई हिसाब किताब नहीं। बल्कि ये लिखा होया भी कलयुग सिख न दिसै कोई, सब कोई गुरु कहावै। कलयुग दे विच घाट पेगी सिखां दी, गुरुआं दी प्रमाण किन्नी हो जाएगी। इन्हां गुरुआं दे सामने एक दिन समस्या खड़ी हो जानी है, सिख मिलने ही नहीं, कोई गुरु ही मिलिया करनगे। इस करके पर सिखां दा गुरु केवल गुरु ग्रंथ साहिब रहेगा। जगत गुरु पूरे संसार विच सारियां धर्मां विच ना किसी नूं इहो जिहा गुरु मिलिया ते ना गां किसी नूं इहो जिहा गुरु मिलूगा जिहा जिहा गुरसिखां नूं प्राप्त होया। सब तो बड़े भाग गुरसिखां, बड़े भाग। ते जो महाराज साहिब के दर्शन करदे आई मन इन्ना तृप्त हो गया, महाराज मैनू अपना सिख बना लो। सुखदानी उपदेश बताओ, सुखदानी सुखदायक, सुखदानी का मतलब सुख देण वाला, लोक परलोक विच मैनू सुखी करन वाला वो उपदेश दिओ। मैं बहुत दुखी हो चुका, हुण तक बड़ियां ठोकरां खाधियां अज्ञान दियां, आप कृपा करके महाराज सुखदायक उपदेश दिओ जी। पूर्व महिमा सुनी तुम्हारी, गरीब नवाज पहला आप जी की महिमा सुनी सी मैं, अब मैं आन हजूर निहारी। हुण मैं तुहाडे चरनां च आके वेख ही लिया, पहला तो महिमा ही सुनी सी, पर जो कुछ सुनिया सी मैं हज़ारां गुण वध आप जी दे दीदार करके वेख रहा कि सुनाउण वालियां तो उन्नी महिमा नहीं कर हुई तुहाडी जिन्नी महिमा दे मालक हो तुसीं। जिड्डी वड्डी तुहाडी महिमा है उड्डे वड्डे शब्द नहीं हैं सतगुरु किसी को। इस करके मैं हुण तुहाडा बनना चाहुंदा हां। परियो रहो गो रावल शरणी, मैं हुण तुहाडे शरणी पिया रहांगा, होर किसी देवी देवते किसी पखंडी दे शरणी नहीं जावांगा, तुहाडे शरणी। मेल लियो दयाल ढह पे द्वारिया, मैं हुण तुहाडे चरनां च ढह पिया हां। कहो बदन ते करो सो करनी, हुण तुसीं अपने बदन करिए मुख तो कहो मैनू उपदेश दिओ, मैं तुहाडा सिख बनना चाहुंदा, मैनू उपदेश दिओ जिस करके मेरी कल्याण हो जाए। श्री मुख ते उपदेश उचारा, श्री शब्द जिहड़ा सास जी बहुत वारी आउंदा जाएगा, कदे कदे आपां इहनूं खोलदे जावांगे, हर वारी तां श्री पद दे अर्थ करदे जावांगे, फिर वो चंगा भी नहीं लगदा। जिहड़ा श्री शब्द है, श्री शब्द शोभा दे मालक का अर्थ देंदा है। शोभा का मालक, श्री का मतलब शोभा का मालक। श्री का दूसरा अर्थ है श्रोमण, जी तो बड़ा होर कोई नहीं, ये भी अर्थ उस तरह ढुकदा। ते फलां दे विच एक फल का नाम है श्री फल, जिहदे वर्गा होर कोई फल नहीं। श्री फल कहते नारियल, ते ये सीस का वाचक बन जाता है। ये शुरू श्री गुरु नानक देव महाराज ने जदों गुरता गद्दी भाई लहणे नूं देनी सी, उदों फिर 5 पैसे नारियल की वरतों की, ये परंपरा कायम हो गई। तो जदों गुरु ग्रंथ साहिब सच्चे पातशाह दे गुरता गद्दी दिवस जिहड़ा है, जिस दिन श्री गुरु गोबिंद सिंह साहब महाराज ने गुरता गद्दी गुरु ग्रंथ साहिब नूं सौंपना की है, उस वेले
सतगुरु महाराज ने 5 पैसे ते नारियल धर के मत्था टेके। फलों के विच श्रोमण फल गिणिया गया। अज के विग्यानी इस दे विच होर भी बहुत सारे फायदेमंद है, जिहदे कोलेस्ट्रॉल बिल्कुल ही नहीं है, दिमाग वास्ते बड़ा अच्छा हुंदा है, ते होर बड़ियां चीज़ां ने। चलो सिरी फलों के एक फल भी है, सिरी नाम लक्ष्मी का भी है। सिरी दे 12-13 अर्थ न, उन्होंने विचों आपां नूं सिर्फ अर्थ इन्ने क चाहीदे है कि सिरी शोभा का मालक कौन? गुरु हरगोबिंद साहब शोभा के मालक। सिरी श्रोमण जी तो बड़ा कोई नहीं, सब तो बड़ा सतगुरु नानक, उहदी गुरता गद्दी के मालक नूं गुरु साहब। दूसरा सिरी का एक होर विधान भी सी। गुरमुख प्यारे प्रचारक विद्वान तुहाडे विच बैठे हैं, सिरी का प्रयोग अलग अलग अखरां दे नाल लिख के, पुराने समय का एक विधान सी जिहड़ा हुण नहीं रहा। लिखत रूप च तां हैगा भी आ विधान सी, पर हुण वो विधान नहीं रहा। चिट्ठी लिखण का एक विधान सी कि चिट्ठी दे नाल पता चल जाता सी, एक पहचान देण वास्ते कि चिट्ठी लिखी किहने है, चिट्ठी लिखी किहनूं है, चिट्ठी लिखण वाले दा जिहदे प्रति लिखिया उहदा रिश्ता की है। वो श्री पद लिखना, श्री अगे लिख देना 101, श्री 101। जदों श्री 101 लिख दिता तो इसका मतलब सी भी चिट्ठी लिखण वाले ने अपने परिवार नूं चिट्ठी लिखी है, ਉਹਦੇ ਚ अपनी पत्नी नूं ते अपने बच्चों नूं चिट्ठी लिखी है। ਉਹਦਾ एक सिरलेख तो पता लग जाता भी चिट्ठी लिखण वाला कौन है, प्रीचा सी। जे श्री 102 लिख दिता तो फिर इसका मतलब सी भी मालक ने चिट्ठी अपने नौकर नूं लिखी है, तो पता चल जाना। जे लिखदा श्री 103 तो फिर पता चल जाता भी मित्र ने मित्र नूं चिट्ठी लिखी हुई है, श्री 103। जे लिख दिता श्री 104 फिर दसन की लोड़ नहीं भी चिट्ठी दुश्मन तो आई है तो दुश्मन नूं लिखी गई है, श्री 104। जे लिख दिता श्री 105 पुराने समय च दुश्मन का भी आदर करके लिखते सी, ये भी एक बड़ी कमाल की गल है। जे श्री 105 लिख दिता तो समझना भी नौकर ने चिट्ठी मालक नूं लिखी है। जे श्री 106 लिख दिता तो यदा मतलब सी भी चिट्ठी पुत्र ने अपने माता पिता नूं लिखी है, श्री 106 का मतलब ये बन जाता। ते जे श्री 108 लिख दिता तो मतलब सी जां तां धर्म किसी श्रद्धालु ने लिखी है, जां फिर सल्तनत का बादशाह राजा चिट्ठी राजे नूं लिखी गई है। ये दोनों वास्ते साझा 108 शब्द वरत्या जाता सी। ते इस तरह श्री पद की वरतों जिहड़ी है, श्री पद के अर्थ जिहड़े ने अलग अलग ने साध संगत जी। सो इस करके श्री सुभाएमान शोभा दे मालक गुरु साहब जी। ते जिस प्रकार सतगुरु गरीबना श्री मुख ते उपदेश उचारा, हुण उचारण कीता उपदेश गुरबाणी च तुक आउंदी है, प्रथाएं साखी, साखी का अर्थ सिक्ख्या, सतगुरु की सच साखी, सतगुरु की सच्ची सिक्ख्या, इसका अर्थ है। तो सतगुरु महाराज साहब जी ने उस वेले उचारण किया सिक्ख्या देने वास्ते, अपनी रचना तो उपदेश उचारण करते कहते, हे गुरसिखा श्री मुख ते उपदेश उचारा, उपदेश सिक्ख्या देना शुरू कीते। पढ़ सुन कर गुरु शब्द विचारा। लो अद्धी तुक दे विच किड्डा वड्डा सिद्धांत कह सुनाया गुरु हरगोबिंद साहब ने। सिखा ऐदों बड़ी कोई सिक्ख्या नहीं है। एक तो गुरबाणी पढ़िया करो, दूसरा जे पढ़नी नहीं आती तो सुनिया करो। ये तो कोई कह सकता है भी मैं अनपढ़ हाँ जी, मैनू बाणी नहीं पढ़नी आती, पर मेरा ख्याल है भी ये तो एक भी नहीं कह सकते मैनू सुनना ही नहीं आता। इनू गल नूं कौन मनूगा? जे कोई कहे मैनू सुनना नहीं आता, इसका मतलब हुज्जतां कर रहा है। पढ़ सुन कर ये दो काम करते रहो, पर ये तीसरा काम करे तो बिना पढ़ना सुनना दोनों व्यर्थ है। पढ़ सुन कर गुर शब्द विचार, गुरबाणी गावो पढ़ो सुनो नित भाई। गुरबाणी नूं अर्थां समेत सुनो ताकि मन के उत्ते प्रभाव पवे। मन का एक सुभाव है,
ਜਿਸ ਸ਼ਬਦ ਦਾ ਇਹਨੂੰ ਗਿਆਨ ਨਾ ਹੋਵੇ ਉਹਦਾ ਪ੍ਰਭਾਵ ਹੀ ਨਹੀਂ ਬਣਦਾ। ਇਸ ਕਰਕੇ ਮਨ ਦੇ ਉੱਤੇ ਪ੍ਰਭਾਵ ਪਾਉਣ ਵਾਸਤੇ ਗੁਰਬਾਣੀ ਦੇ ਅਰਥਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਇਹ ਗੁਰੂ ਸਾਹਿਬ ਦਾ ਹੁਕਮ ਹੈ ਜੀ। ਤਰੋ ਸਿਦਕ ਤਿਮ ਕਰਮ ਕਮਾਵਾ। ਇਹ ਸਿਦਕ ਰੱਖੋ, ਭਰੋਸਾ ਰੱਖੋ ਗੁਰੂ ਦੇ ਉੱਤੇ, ਔਰ ਉਸ ਭਰੋਸੇ ਅਨੁਸਾਰ ਹੀ ਕਰਮ ਕਮਾਓ। ਕੋਈ ਵੀ ਕਰਮ ਕਰੋ, ਭਰੋਸਾ ਗੁਰੂ ਤੇ ਹੋਣਾ ਚਾਹੀਦਾ। ਜੇ ਭਰੋਸੇ ਤੋਂ ਬਿਨਾਂ ਕੀਤਾ ਕਰਮ ਵਿਅਰਥ ਹੋ ਜਾਓ। ਮਹਾਂਪੁਰਖਾਂ ਨੂੰ ਇੱਕ ਦਿਨ ਦਾਸ ਤੋਂ ਪਹਿਲੇ ਵਿਦਿਆਰਥੀਆਂ ਨੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਜੀ ਅਰਦਾਸ ਜਦੋਂ ਕਰਦੇ ਹਾਂ ਜਾਂ ਸੁਣਦੇ ਹਾਂ, ਅਰਦਾਸ ਕਿਹਾ ਜਾਂਦਾ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਭਰੋਸਾ ਦਾਨ, ਵਿਸਾਹ ਦਾਨ, ਦੋ ਸ਼ਬਦ ਕਹੇ ਜਾਂਦੇ। ਜੇ ਇੱਥੇ ਕੋਈ ਸ਼ੰਕਾ ਪੈਦਾ ਹੁੰਦੀ ਹੈ ਵੀ ਭਰੋਸਾ ਦਾਨ ਤੇ ਵਿਸਾਹ ਦਾਨ, ਇਹਦਾ ਤਾਂ ਕੋਈ ਬਣਦੀ ਨਹੀਂ ਤੁਕ ਉਸ ਤਰ੍ਹਾਂ ਵੀ ਕਿਸ ਤਰ੍ਹਾਂ ਇੱਕੋ ਹੀ ਸ਼ਬਦ ਉਸ ਤਰ੍ਹਾਂ। ਮਹਾਂਪੁਰਖਾਂ ਦੇ ਬਹੁਤ ਫਰਕ ਹੈ ਇਹਦਾ। ਸ਼ਬਦ ਸਹੀ ਹੈ, ਜਿਹੜੀ ਅਰਦਾਸ ਜੋੜੀ ਹੈ ਨਾ ਉਸ ਵੇਲੇ ਭਾਈ ਮਨੀ ਸਿੰਘ ਵਰਗਿਆਂ ਨੇ, ਬਾਬਾ ਦੀਪ ਸਿੰਘ ਵਰਗਿਆਂ ਨੇ ਇਹ ਅੱਖਰ ਦਾ ਕੋਈ ਵੀ ਅੱਖਰ ਨਹੀਂ ਬਦਲਣ ਵਾਲਾ ਇਹਦੇ 'ਚ। ਕਹਿੰਦੇ ਜੀ ਫਿਰ ਅਰਥ ਦੱਸੋ। ਮਹਾਂਪੁਰਖਾਂ ਨੇ ਇਹਦਾ ਅਰਥ ਕੀਤਾ। ਕਹਿੰਦੇ ਸਿੱਖ ਤਾਂ ਕਹਿੰਦੇ ਸੱਚੇ ਪਾਤਸ਼ਾਹ ਮੈਂ ਤਾਂ ਤੇਰੇ ਤੇ ਭਰੋਸਾ ਰੱਖਾਂ, ਇਹ ਵੀ ਦਾਨ ਤੂੰ ਦੇ ਮੈਨੂੰ ਤਾਂ ਕਿ ਮੇਰਾ ਭਰੋਸਾ ਤੇਰੇ ਤੇ ਟਿਕਿਆ ਰਹੇ। ਤੇ ਇਹਦੇ ਨਾਲ ਮੈਂ ਜਿੰਨਾ ਮਰਜ਼ੀ ਭਰੋਸਾ ਕਰੀ ਜਾ, ਜੇ ਤਾਂ ਮੇਰਾ ਵਿਸਾਹ ਹੀ ਨਾ ਕੀਤਾ ਗੱਲ ਤਾਂ ਨਹੀਂ ਬਣਨੀ। ਮੈਂ ਤੇਰੇ ਤੇ ਭਰੋਸਾ ਕਰਾਂ, ਤੂੰ ਮੈਨੂੰ ਵਿਸਾਹ ਦਾ ਦਾਨ ਵੀ ਦੇ, ਇਹ ਵੀ ਦਾਨ ਦੇ ਮੇਰੇ ਤੇ ਭਰੋਸਾ। ਮੈਂ ਤੁਹਾਡੇ ਤੇ ਭਰੋਸਾ ਕਰਾਂ, ਤੁਸੀਂ ਮੇਰੇ ਤੇ ਵਿਸਾਹ ਕਰੋ। ਇਸ ਕਰਕੇ ਸਾਧ ਜੀ ਕੁਝ ਸ਼ਬਦਾਂ ਦੀਆਂ ਘੁੰਡੀਆਂ ਹੁੰਦੀਆਂ ਨੇ ਤੇ ਕਥਾ ਇਸੇ ਵਾਸਤੇ ਹੁੰਦੀ ਹੈ ਵੀ ਇਹਦੇ ਵਿੱਚ ਸਾਨੂੰ ਬਹੁਤ ਕੁਝ ਲਾਭ ਪ੍ਰਾਪਤ। ਹਾਂਜੀ ਅੱਗੇ ਚਲੋ। ਦਾਤ ਪ੍ਰੈ ਤਿਸ ਕੋ ਲਖ ਪਾਵਾ। ਮਾਰ ਕਹਿੰਦੇ ਉਹਦਾ ਜਿਹੜਾ ਸ਼ਬਦ ਦਾ ਤਾਤਪਰਯ ਹੈ, ਨਿਚੋੜ ਸਿਧਾਂਤ ਹੈ ਜਿਹੜਾ ਉਹਨੂੰ ਅਰਥਾਂ ਤੋਂ ਬਿਨਾਂ ਉਹ ਸਿਧਾਂਤ ਨਹੀਂ ਨਿਕਲੂਗਾ। ਤੇ ਉਹਨੂੰ ਸਿਧਾਂਤ ਨੂੰ ਫਿਰ ਹਿਰਦੇ 'ਚ ਵਸਾਉਣਾ ਕਰੋ। ਜੇਤਕ ਤਨ ਜਗ ਮਹਿ ਉਪਜਾਏ। ਮਹਾਰਾਜ ਸਾਹਿਬ ਕਹਿੰਦੇ ਗੁਰਸਿੱਖਾ ਵੀ ਜਿੰਨੇ ਵੀ ਤਨ ਕੀ ਇਹ ਸਰੀਰ, ਭਾਈ ਜਮਾਲ, ਜਿੰਨੇ ਤਨ ਸਰੀਰ ਵਾਹਿਗੁਰੂ ਨੇ ਪੈਦਾ ਕੀਤੇ ਹਨ, ਪੰਜ ਤਤ ਕੇ ਅਖਲ ਬਨਾਏ। ਅਖਲ ਨੌ ਸਾਰਿਆਂ ਦਾ ਹੁੰਦਾ, ਸਾਰਿਆਂ ਦੇ ਸਰੀਰ ਪੰਜਾਂ ਤੱਤਾਂ ਦੇ ਬਣੇ ਹੋਏ। ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਇਹ ਪੰਜਾਂ ਤੱਤਾਂ ਦੇ ਬਣੇ ਹੋਏ। ਪੰਜ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ। ਕੋਈ ਸੇਵਾ ਕਰਿਓ ਜੇ ਕੁਛ ਕੀਤਾ ਹੋਵੇ। ਮਨੁੱਖ ਦੇ ਕੀਤਿਆਂ ਕੁਛ ਨਹੀਂ, ਵਾਹਿਗੁਰੂ ਦੇ ਕੀਤੇ ਹੋਏ ਸਾਰੇ। ਇਸ ਕਰਕੇ ਪੰਜ ਤੱਤਾਂ ਦੀ ਰਚਨਾ ਹੈ। ਸਰੀਰ ਅਪ ਤੇਜ ਵੈ ਪ੍ਰਿਥਵੀ ਆਕਾਸ਼ਾ। ਇਹਦੇ ਵਿੱਚ ਆਕਾਸ਼ ਹੈ, ਹਵਾ ਹੈ, ਪਾਣੀ ਹੈ, ਅਗਨੀ ਹੈ, ਧਰਤੀ ਹੈ। ਇਹ ਸਾਰੇ ਪੰਜ ਤੱਤ ਔਰ ਇੱਕ ਦੂਜੇ ਦੇ ਵਿਰੋਧੀ। ਪਾਣੀ ਦੇ ਵਿੱਚ ਤੇ ਅੱਗ ਨੂੰ ਛੱਡਦੀ ਹੈ, ਅੱਗ ਜੇ ਬਹੁਤੀ ਬੁੱਝ ਜਾਊਗੀ, ਨਹੀਂ ਪਾਣੀ ਨੂੰ ਖਤਮ ਕਰ ਦਿਓ। ਇੱਕ ਦੂਜੇ ਦੇ ਪੂਰੇ ਵਿਰੋਧੀ। ਪਰ ਬੱਕਰੀ ਸਿੰਘ ਇੱਕ ਥੈ ਕਰਨ ਵਿਰੋਧੀਆਂ ਨੂੰ ਇਕੱਠੇ ਕਰਕੇ ਰੱਖ ਦਿੰਦਾ। ਮਨੁੱਖ ਮਿੱਟੀ ਦੀ ਇੰਨੀ ਕਰੋੜੀ ਲਵੇ, ਥੋੜੀ ਜਿਹੀ ਮਿੱਟੀ ਪਾਣੀ 'ਚ ਸਿੱਟੇ, ਉਸੇ ਸਾਹਮਣੇ ਖੁਰ ਜਾਂਦੀ ਹੈ। ਪਾਣੀ ਦਾ ਰੂਪ ਇਹੋ ਜਾਊਗਾ। ਇਹ 70% ਪਾਣੀ ਤੇ ਬਾਕੀ 100 ਦੇ ਚੋਂ 30% ਲਗਭਗ ਧਰਤੀ। ਹੁਣ ਤੁਸੀਂ ਇਹ ਦੇਖੋ ਵੀ ਇੰਨਾ ਪਾਣੀ ਹੋਣ ਦੇ ਬਾਵਜੂਦ ਵੀ ਧਰਤੀ ਜਿਉਂ ਦੀ ਤਿਉਂ ਖੜੀ ਹੈ। ਇਹ ਹੁਣ ਕਿਸੇ ਵਾਹਿਗੁਰੂ ਦੇ ਹੁਕਮ ਤੋਂ ਬਿਨਾਂ ਖੜੀ ਹੈ। ਇਸ ਵਿਚਾਰ ਨੂੰ ਦੇਖ ਕੇ ਕਈ ਨਾਸਤਿਕ ਵੀ ਆਸਤਿਕ ਬਣੇ ਇਹ ਦ੍ਰਿਸ਼ਟਾਂਤ ਨੂੰ ਸੁਣ ਕੇ। ਇਸ ਕਰਕੇ ਵਾਹਿਗੁਰੂ ਦੀ ਰਚਨਾ ਬੇਅੰਤ ਹੈ ਜੀ। ਘਾਟ ਨਾ ਬਾਦ ਏਕ ਸਭ ਜਾਨੋ। ਕਿਸੇ ਦੀ ਦੇਹ ਵਿੱਚ ਕੋਈ ਘਾਟ ਨਹੀਂ ਹੈ ਕਿ ਇਹਦੇ ਤੱਤ ਘੱਟ ਨੇ, ਇਹਦੇ ਤੱਤ ਵੱਧ ਨੇ, ਐਸਾ ਨਹੀਂ ਹੈ। ਅੰਤఃਕਰਣ ਇੰਦਰੈ ਤਨ ਮਨੋ। ਅੰਤਸ਼ਕਰਨ ਅੰਦਰ ਦੀ ਕਿਰਿਆ ਕਰਨ ਵਾਲਾ। ਅੰਤਸ਼ਕਰਨ ਸਾਸ ਜੀ, ਇਹਨੂੰ ਅੰਤਸ਼ਕਰਨ ਕਹਿ ਕੇ ਲੰਘਣਾ ਤਾਂ ਸੌਖਾ ਹੈ, ਪਰ ਅੰਤਸ਼ਕਰਨ ਸਮਝਣਾ ਥੋੜਾ ਜਿਹਾ ਔਖਾ ਹੈ। ਤੇ ਅੰਤःਕਰਨ ਵੀ ਕਹਿੰਦੇ ਨੇ, ਅੰਤਸ਼ਕਰਨ ਵੀ ਕਹਿੰਦੇ ਨੇ। ਤੇ ਜੋ ਅੰਦਰ ਦੀ ਕਿਰਿਆ ਕਰਨ ਵਾਲੀ ਸ਼ਕਤੀ ਹੈ ਉਹਨੂੰ ਅੰਤःਕਰਨ ਕਹਿੰਦੇ। ਅੰਦਰ ਦੀ ਸ਼ਕਤੀ ਕੀ ਹੈ? ਪਹਿਲਾ ਸੰਕਲਪ ਹੋਇਆ ਵੀ ਕਥਾ ਸੁਣਨ ਚੱਲਾਂ। ਪਹਿਲਾਂ ਅੰਦਰ ਕਿਰਿਆ ਹੋਈ ਵੀ ਗੁਰਦੁਆਰੇ ਮਾਲਟਨ ਜਾਣਾ ਹੈ, ਗੁਰਦੁਆਰੇ ਮਾਲਟਨ ਦੀ ਕਥਾ ਹੋਊਗੀ, ਆਪਾਂ ਸੁਣਗੇ। ਅੰਦਰ ਕਿਰਿਆ ਹੋਈ ਪਹਿਲਾਂ, ਫਿਰ ਉਹ ਸਰੀਰ ਨੂੰ ਉਸੇ ਕਿਰਿਆ ਦੇ ਅਨੁਸਾਰ ਤੋੜ ਲਿਆ।
ਬਿਰਛ ਦੀ ਜੜ ਪਹਿਲਾਂ ਧਰਤੀ 'ਚ ਜੰਮਦੀ ਹੈ, ਤਾਂ ਬਿਰਛ ਬਾਹਰ ਉੱਗਦਾ ਹੈ। ਤੇ ਅੰਦਰ ਕਿਰਿਆ ਹੁੰਦੀ ਹੈ ਪਹਿਲਾਂ। ਜੋ ਕੁਝ ਵੀ ਬਾਹਰ ਕਿਰਿਆ ਹੋ ਰਹੀ ਹੈ, ਬਾਹਰ ਕੁਝ ਨਹੀਂ ਹੋ ਰਿਹਾ, ਅੰਦਰ ਦੀ ਕਿਰਿਆ ਤੋਂ ਬਿਨਾਂ ਬਾਹਰ ਤੱਕ ਕੱਖ ਵੀ ਨਾ ਹੋ ਰਿਹਾ। ਪਹਿਲਾਂ ਸਭ ਕੁਝ ਅੰਦਰ ਹੁੰਦਾ। ਜੇ ਅੰਦਰ ਤੇ ਵਿਸ਼ੇ ਦੀ ਵਾਸ਼ਨਾ ਹਟ ਜਾਏ ਤਾਂ ਬਾਹਰ ਬਿਲਕੁਲ ਵੀ ਗੰਦੀ ਹਰਕਤ ਹੋ ਨਹੀਂ ਸਕੇਗੀ। ਪਹਿਲਾਂ ਅੰਦਰ ਹੁੰਦੀ ਹੈ ਗੰਦੀ ਹਰਕਤ, ਔਰ ਅੰਦਰਲੀ ਗੰਦੀ ਹਰਕਤ ਨੂੰ ਉਤੇਜਨਾ ਦੇਣ ਦੇ ਲਈ ਬਾਹਰ ਦੇ ਗੰਦੇ ਪਦਾਰਥ ਦੇਖੇ ਤਾਂ ਉਹ ਵਾਸ਼ਨਾ ਭੜਕ ਜਾਂਦੀ ਹੈ। ਅੱਗ ਤਾਂ ਸਾਰੇ ਤੀਲਿਆਂ 'ਚ, ਬਾਹਰ ਤੋਂ ਅੱਗ ਲੱਗੀ ਤੇ ਭਾਂਬੜ ਵੱਜ ਜਾਂਦੇ। ਤੇ ਅੰਦਰ ਦੀ ਕਿਰਿਆ ਕਰਨ ਵਾਲੇ ਨੂੰ ਅੰਤःਕਰਨ ਕਹਿੰਦੇ। ਅੰਤਸ਼ਕਰਨ ਦੀ ਬਣਤਰ ਕਿਵੇਂ ਹੈ? ਇਸ ਨੂੰ ਵਿਦਾਂਤ ਵਿੱਚ ਤਾਂ ਇੱਕ ਸੂਤਰ ਹੈ, ਸਤੋ ਅੰਸ਼ ਭੂਤਨ ਕੀ ਜੋ ਹੈ, ਤਾਂ ਤੇ ਅੰਤःਕਰਨ ਭਇਓ ਹੈ। ਕਹਿੰਦੇ ਸਤੋਮਈ ਅੰਸ਼ ਪੰਜੇ ਤੱਤਾਂ ਦੀ, ਪੰਜੇ ਤੱਤਾਂ 'ਚ ਤਿੰਨ ਅੰਸ਼ ਹਨ, ਰਜੋਗੁਣ, ਸਤੋਗੁਣ, ਤਮੋਗੁਣ। ਪੰਜੇ ਤੱਤਾਂ ਦੀ ਸਤੋਮਈ ਅੰਸ਼ ਤੋਂ ਪਰਮਾਤਮਾ ਨੇ ਅੰਤःਕਰਨ ਬਣਾਇਆ। ਰਾਗ ਦਵੈਸੋ ਭੋਗ ਸਿਜਾਤੇ ਸੋ ਪੀ ਰਾਵਰੋ ਰੂਪ ਨਾ ਤਾਤੇ। ਰਾਗ ਦਵੈਸ, ਕਿਸੇ ਨਾਲ ਦਵੈਸ ਕਰਨੀ, ਕਿਸੇ ਨਾਲ ਪ੍ਰੇਮ ਕਰਨਾ, ਇਹਦਾ ਘਰ ਹੈ ਅੰਤਸ਼ਕਰਨ। ਦੋਨਾਂ ਗੱਲਾਂ 'ਚ ਇੱਕ ਕਰੂਗਾ। ਤੇ ਅੰਤਸ਼ਕਰਨ ਦੇ ਚਾਰ ਭੇਦ ਹਨ, ਮਨ, ਬੁੱਧ, ਚਿੱਤ, ਅਹੰਕਾਰ। ਚਤੁਸ਼ਟ ਅੰਤःਕਰਨ ਕਿਹਾ ਜਾਂਦਾ। ਜਿਵੇਂ ਮੰਜਾ ਜਿਹੜਾ ਹੈ ਉਹ ਚਾਰ ਪਾਵਿਆਂ ਤੇ ਖੜਾ ਹੈ, ਅੰਤਸ਼ਕਰਨ ਦੇ ਵੀ ਚਾਰ ਭੇਦ ਹਨ। ਔਰ ਇਸ ਅੰਤਸ਼ਕਰਨ ਨੂੰ ਕਿਉਂਕਿ ਗੁਰਬਾਣੀ ਦੇ ਅੰਦਰ ਸਾਧ ਸੰਗਤ ਜਿਹੜਾ ਸੂਖਮ ਸਰੀਰ ਦੀ ਬਣਤਰ ਕਹੀ ਹੈ ਤੇ ਜਿਹਨੂੰ ਮਨ ਕਿਹਾ ਹੈ, ਉਹ ਮਤਲਬ ਅੰਤਸ਼ਕਰਨ ਤੋਂ ਹੀ ਭਾਵ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੋ ਸਕਦਾ ਹੈ ਕਿ ਹੋਰ ਵੀ ਪ੍ਰਮਾਣ ਹੋਵੇ, ਪਰ ਮੈਂ 5 ਵਾਰ ਸਤਿਗੁਰੂ ਨੇ ਮੇਰੇ ਕੋਲੋਂ ਆਪਣੇ ਦਰਸ਼ਨ ਸਤਿਗੁਰਾਂ ਨੇ ਦਿੱਤੇ ਦਾਸ ਨੂੰ ਅਰਥ ਰੂਪ ਦੇ ਅੰਦਰ 5 ਵਾਰੀ ਦਰਸ਼ਨ ਕੀਤੇ ਹੈ। ਮੈਨੂੰ ਸਿਰਫ 2 ਹੀ ਪ੍ਰਮਾਣ ਲੱਭੇ ਹੈ, ਹੋਰ ਕੋਈ ਲੱਭੇ ਹੋ ਸਕਦਾ ਵੀ ਹੋਵੇ, ਮੈਂ ਇਹ ਨਹੀਂ ਕਹਿੰਦਾ ਵੀ ਹੋਰ ਹੈ ਹੀ ਨਹੀਂ, ਲੇਕਿਨ ਮੈਨੂੰ ਨਹੀਂ ਲੱਭਿਆ। ਉਹ 2 ਪ੍ਰਮਾਣ ਲੱਭੇ ਜਿਹੜੇ ਸਿੱਧ ਕਰਦੇ ਆ ਅੰਤਸ਼ਕਰਨ, ਕਿ ਮਨ ਕਿੱਥੋਂ ਪੈਦਾ ਹੁੰਦਾ ਹੈ, ਮਨ ਦਾ ਜਨਮ ਕਿਵੇਂ ਹੁੰਦਾ ਹੈ। ਇਹੋ ਮਨ ਸ਼ਕਤੀ, ਇਹੋ ਮਨ ਸਿਓ, ਇਹੋ ਮਨ ਪੰਜ ਤੱਤ ਖੋਜੀ। ਇੱਕ ਤਾਂ ਇਹ ਪ੍ਰਮਾਣ, ਤੇ ਇੱਕ ਦੂਸਰਾ ਪ੍ਰਮਾਣ ਦਿੱਤਾ ਹੈ ਇਹ ਮਨ ਜਿੱਥੇ ਪੰਜਾਂ ਤੱਤਾਂ ਦਾ ਪੈਦਾ ਕੀਤਾ ਜੀਵ ਹੈ, ਪੰਜੇ ਤੱਤਾਂ ਦੀ ਸਤੋਵੀਂ ਅੰਸ਼ ਤੋਂ ਪੈਦਾ ਹੋਇਆ। ਇਹ ਮਨ ਸ਼ਕਤੀ, ਇਹ ਮਨ ਸਿਓ, ਮਨ ਪੰਜ ਤੱਤ ਦੀ, ਤੇ ਪੰਜ ਤੱਤਾਂ ਦੀ ਸਤੋਵੀਂ ਅੰਸ਼ ਤੋਂ ਬਣਿਆ ਹੋਇਆ ਅੰਤःਕਰਨ, ਮਨ, ਬੁੱਧ, ਚਿੱਤ, ਅਹੰਕਾਰ। ਦੂਸਰਾ ਪ੍ਰਮਾਣ ਹੈ ਇਹੋ ਮਨ ਕਰਮਾ, ਇਹੋ ਮਨ ਧਰਮਾ, ਇਹੋ ਮਨ ਪੰਜ ਤੱਤ ਤੇ ਜਾ। ਬੜੀ ਹੈਰਾਨੀ ਹੁੰਦੀ ਹੈ ਕਿ ਅਸੀਂ ਤਾਂ ਸੁਣਿਆ ਸੀ ਵੀ ਸਰੀਰ ਹੀ ਜੰਮਦਾ ਹੈ ਪੰਜ ਤੱਤਾਂ ਤੋਂ, ਤੇ ਗੁਰੂ ਮਹਾਰਾਜ ਕਹਿੰਦੇ ਮਨ ਵੀ ਪੰਜਾਂ ਤੱਤਾਂ ਤੋਂ ਹੀ ਜੰਮਿਆ। ਜਿਵੇਂ ਪੰਜ ਤੱਤ ਨਾਸਵਾਨ, ਮਨ ਵੀ ਨਾਸਵਾਨ। ਅੰਤਸ਼ਕਰਨ ਵੀ ਇੱਕ ਤੱਤਾਂ ਦੀ ਸੂਖਮ, ਉਹ ਬਹੁਤ ਪਰਮਾਤਮਾ ਦਾ ਕਸੀਦਾ ਜਿਹੜਾ ਨਾ ਸੂਖਮ ਕੱਢਿਆ ਹੋਇਆ, ਸੂਖਮ ਤੇ ਅਸਥੂਲਾ ਲਿਖੀ ਨਾ ਜਾਏ ਨਾਨਕ ਜੀ। ਤੇ ਹੁਣ ਬੰਦਾ ਮਰ ਕੇ ਕਿੱਥੇ ਚਲਾ ਜਾਂਦਾ ਹੈ? ਉਹ ਤਾਂ ਕਰਮਾਂ ਅਨੁਸਾਰ ਆ ਵੀ ਜੂਨਾ ਚਲਾ ਜਾਂਦਾ, ਪਰ ਅਸਲ ਦੇ ਵਿੱਚ 2 ਹੀ ਕਿਰਿਆ, ਅਸਥੂਲ ਤੋਂ ਸੂਖਮ ਹੋ ਜਾਂਦਾ, ਸੂਖਮ ਤੋਂ ਅਸਥੂਲ ਹੋ ਜਾਂਦਾ। ਸਰੀਰ ਅਸਥੂਲ ਛੱਡ ਦਿੱਤਾ, ਸੂਖਮ ਸ੍ਰਿਸ਼ਟੀ ਵਿੱਚ ਲੈ ਗਿਆ, ਸੂਖਮ ਸ੍ਰਿਸ਼ਟੀ ਦੇ ਵਿੱਚੋਂ ਬਦਲਾਅ ਆਇਆ, ਅਸਥੂਲ ਸ੍ਰਿਸ਼ਟੀ ਵਿੱਚ ਆ ਗਿਆ, ਬਦਲਦਾ ਰਹਿੰਦਾ। ਸੋ ਇਸ ਕਰਕੇ ਜਿਹੜੇ ਪੰਜੇ ਤੱਤਾਂ ਦੀ ਸਤੋਵੀਂ ਅੰਸ਼ ਹੈ ਮਨ, ਅੰਤਸ਼ਕਰਨ ਦੀ ਇੱਕ ਬਿਰਤੀ ਜਦੋਂ ਕਲਪਨਾ ਰੂਪ ਹੋਵੇ ਉਦੋਂ ਇਹਦਾ ਨਾਮ ਮਨ ਹੈ। ਜਦੋਂ ਅੰਤਸ਼ਕਰਨ ਦੀ ਬਿਰਤੀ ਨਿਸ਼ਚਾ ਧਾਰਨ ਕਰ ਲਵੇ ਕਿਸੇ ਗੱਲ ਤੇ, ਉਦੋਂ ਇਹਦਾ ਨਾਮ ਸਾਸ ਜੀ ਬੁੱਧ ਹੈ। ਜਦੋਂ ਨਿਰਣਾ ਕਰਦੀ ਹੈ ਮਨ, ਬੁੱਧ। ਜਦੋਂ ਕਿਤੇ ਚਿੰਤਾ ਦਾ ਰੋਗ ਲੱਗ ਜਾਏ ਉਦੋਂ ਅੰਤਸ਼ਕਰਨ ਦੀ ਬਿਰਤੀ ਨੂੰ ਚਿੱਤ ਕਿਹਾ ਜਾਂਦਾ। ਮੇਰਾ ਚਿੱਤ ਨਹੀਂ ਲੱਗਦਾ, ਚਿੰਤਾ ਹੋ ਰਹੀ ਹੈ। ਜਦੋਂ ਅੰਤਸ਼ਕਰਨ ਦੀ ਬਿਰਤੀ 'ਚ ਮੈਂ ਤੇ ਮੇਰੀ ਦਾ ਭਾਵ ਪ੍ਰਗਟ ਹੋ ਜਾਏ ਉਦੋਂ ਨੂੰ ਅਹੰਕਾਰ ਕਿਹਾ ਜਾਂਦਾ ਹੈ। ਮਨ, ਬੁੱਧ, ਚਿੱਤ, ਅਹੰਕਾਰ ਚਤੁਸ਼ਟ ਅੰਤःਕਰਨ। ਤੇ ਜਿਸ ਵੇਲੇ ਗਿਆਨ ਹੋ ਜਾਏ ਉਦੋਂ ਸਾਸ ਜੀ ਅੰਤਸ਼ਕਰਨ ਸਮਾਪਤ ਹੋ ਜਾਂਦਾ। ਇਹ ਬਹੁਤ ਸੂਖਮ ਬਾਤ ਹੈ। ਹੁਣ ਮਹਾਰਾਜ ਸਾਹਿਬ ਜੀ ਇਹ ਉਪਦੇਸ਼ ਦੇ ਰਹੇ ਨੇ, ਤੇ ਅੱਜ ਦੀ ਕਥਾ ਇਸ ਕਰਕੇ ਥੋੜੀ ਜਿਹੀ ਔਖੀ ਮਹਿਸੂਸ ਹੋਵੇਗੀ ਸਰੋਤਾ ਜਨਾਂ ਨੂੰ, ਕਿਉਂਕਿ ਗਿਆਨ ਜਿਹੜਾ ਹੈ ਉਹ ਗੱਲਾਂ ਵਾਲਾ ਗਿਆਨ ਹੋਰ ਹੁੰਦਾ ਹੈ। ਗਿਆਨ ਨਾ ਗੱਲੀ ਢੂੰਡੀ ਹੈ, ਕਥਨਾ ਕਰੜਾ ਸਾਰ। ਇਹ ਕਰੜੀ ਉਹ ਗੱਲ ਹੈ।
ਸੋ ਅੱਗੇ ਦੱਸਦੇ ਹਨ ਸਤਿਗੁਰੂ, ਜਹ ਕਹੈ ਇੱਕ ਚੇਤਨ ਸਭ ਮਾਹੀ। ਮਹਾਰਾਜ ਕਹਿੰਦੇ ਜਿੱਥੇ ਕਿਥੇ ਵੀ ਵੇਖ ਰਹੇ ਹਾਂ ਇੱਕੋ ਹੀ ਚੇਤਨ ਸਾਰੀ ਜਗ੍ਹਾ, ਚੇਤਨ ਬ੍ਰਹਮ ਹੀ ਹੈ ਸਾਰਾ, ਸਭ ਹੈ ਬ੍ਰਹਮ, ਬ੍ਰਹਮ ਹੈ ਬਸ ਰਿਹਾ। ਕੋਈ ਜਗ੍ਹਾ ਐਸੀ ਜਿੱਥੇ ਚੇਤਨ ਬ੍ਰਹਮ ਨਹੀਂ ਹੈ। ਚੇਤਨ ਵਿਖੇ ਭੇਦ ਕੁਛ ਨਾਹੀ। ਚੇਤਨ ਦੇ ਵਿੱਚ ਕੋਈ ਫਰਕ ਨਹੀਂ ਹੈ, ਇੱਕ ਰਸ ਹੈ। ਜੇ ਇਮ ਜਨ ਹੈ ਸਿੱਖ ਹੈ ਸਈ। ਮਹਾਰਾਜ ਕਹਿੰਦੇ ਉਹਨੂੰ ਮੈਂ ਕਹੂੰਗਾ ਜਿਹੜਾ ਜਾਣ ਲਵੇ ਵੀ ਹੁਣ ਤੂੰ ਸਿੱਖ ਬਣ ਗਿਆ। ਹਿਮਾ ਕਰਨੀ ਸਾਧ ਸੰਗਤ ਜੀ, ਸਿੱਖੀ ਦੀ ਹੰਗਤਾ ਕਰਨੀ ਇਹਦਾ ਅਹੰਕਾਰ ਹੋਏਗਾ, ਪਰ ਸਿੱਖ ਬਣਨਾ ਬਹੁਤ ਔਖਾ ਹੈ। ਸਿੱਖੀ ਦਾ ਲਿਬਾਸ ਪਹਿਨਣਾ ਤਾਂ ਕੋਈ ਔਖਾ ਨਹੀਂ ਹੈ, ਲੱਖ ਬੰਦੇ ਨੂੰ ਇੱਕ ਦਿਨ 'ਚ ਸਿੱਖੀ ਦਾ ਲਿਬਾਸ ਪਹਿਨਾ ਦਿਓ। ਪਰ ਜੇ ਤੁਸੀਂ ਕਹੋ ਵੀ ਸਿੱਖ ਬਣਨ ਵਾਸਤੇ ਗੁਰੂ ਕਿਰਪਾ ਕਰੇ, ਜਿਵੇਂ ਰਾੜੇ ਵਾਲੇ ਮਹਾਂਪੁਰਸ਼ਾਂ ਨੂੰ ਇੱਕ ਪ੍ਰੇਮੀ ਨੇ ਪੁੱਛਿਆ ਸੀ, ਇਹ ਮਹਾਂਪੁਰਸ਼ਾਂ ਨੂੰ ਆ ਕੇ ਕਹਿੰਦਾ ਜੀ ਮੈਂ ਆਪ ਜੀ ਦੇ ਕੋਲ ਇਸ ਲਈ ਆਇਆ ਵੀ ਤੁਹਾਨੂੰ ਬਹੁਤ ਸਾਲ ਹੋ ਗਏ ਸੰਤ ਬਣਿਆ ਨੂੰ। ਸੰਤ ਹੱਸ ਪਏ, ਬੋਲੇ ਨਹੀਂ, ਘੱਟ ਬੋਲਦੇ ਸੀ। ਕਹਿੰਦੇ ਤੂੰ ਦੱਸ ਕੀ ਕਰਨਾ ਹੈ? ਕਹਿੰਦੇ ਜੀ ਮੈਂ ਇਸ ਕਰਕੇ ਆਇਆ ਵੀ ਮੈਨੂੰ ਵੀ ਸੰਤ ਬਣਾ ਦਿਓ। ਕਹਿੰਦੇ ਸੰਤ ਬਣਨਾ ਚਾਹੁੰਦਾ? ਕਹਿੰਦੇ ਜੀ ਹਾਂ। ਕਹਿੰਦੇ ਫਿਰ ਦੋ ਗੱਲਾਂ ਪ੍ਰੇਮੀਆਂ ਬਹੁਤ ਮਿੱਠੀ ਜਿਹੀ ਜ਼ੁਬਾਨ ਨਾਲ ਬੋਲ ਕੇ ਕਹਿੰਦੇ ਇਹ ਦੱਸੋ। ਕਹਿੰਦੇ ਇੱਕ ਤਾਂ ਸੰਤ ਕਹਾਉਣਾ, ਇੱਕ ਹੈ ਸੰਤ ਬਣਨਾ। ਜੇ ਤਾਂ ਸੰਤ ਕਹਾਉਣਾ ਤਾਂ ਸੂਰਜ ਚੜ੍ਹੇ ਤੋਂ ਤੈਨੂੰ ਜਿਹੜੀ ਕਿਰਿਆ ਦੱਸਾਂਗੇ ਉਹ ਕਰਕੇ ਨਾ ਤੂੰ 50 ਮੀਲ ਲੰਘ ਜਾ ਇੱਥੋਂ, ਜਿਹੜਾ ਮਿਲੂਗਾ ਸੰਤ ਕਹਿ ਕੇ ਮੱਥਾ ਟੇਕੂ ਤੈਨੂੰ, ਜਿਹੜੀ ਸੂਰਜ ਛਿਪਣ ਤੋਂ ਪਹਿਲਾਂ ਸੰਤ ਕਹਾਉਣ ਲੱਗ ਜਾਏਗਾ। ਕਹਿੰਦੇ ਜੀ ਦੂਸਰਾ, ਕਹਿੰਦੇ ਜੇ ਆ ਸੰਤ ਬਣਨਾ, ਕਹਿੰਦੇ ਫਿਰ ਮੈਂ ਕਹਿ ਨਹੀਂ ਸਕਦਾ ਵੀ ਕਿੰਨੇ ਕੁ ਜਨਮ ਲੱਗ ਜਾਣਗੇ ਤੈਨੂੰ, ਫਿਰ ਜਨਮਾਂ ਦੀ ਖੇਡ ਹੈ। ਕਹਿੰਦਾ ਜੀ ਫਿਰ ਕੰਮ ਤਾਂ ਆਹੀ ਸੌਖਾ ਹੈ ਜਿਹੜਾ ਤੁਸੀਂ ਪਹਿਲਾਂ ਦੱਸਿਆ, ਦੂਆ ਤਾਂ ਔਖਾ ਹੈ। ਸਾਧ ਸੰਗਤ ਜੀ ਇਉਂ ਹੈ ਵੀ ਸਿੱਖ ਕਹਾਉਣਾ ਸੌਖਾ। ਜੇ ਕਹੀਏ ਵੀ ਸੰਤ ਕਿਉਂ ਕਹੀਏ ਨੇ ਸੰਤ ਤਾਂ ਜੀ ਫਲਾਨਾ ਹੁੰਦਾ ਉਹ ਹੁੰਦਾ, ਤਾਂ ਸਿੱਖ ਜਿਹੜੇ ਸੰਤ ਪਦ ਦਾ ਵਿਰੋਧ ਕਰਦੇ ਆ ਤਾਂ ਦੱਸੋ ਵੀ ਆਪਾਂ ਸਿੱਖ ਹੈਗੇ ਇਹਦੇ ਜੇ ਗੁਰੂ ਹਰਗੋਬਿੰਦ ਸਾਹਿਬ ਕਹਿ ਰਹੇ ਨੇ ਕੋਟਨ ਮੈਂ ਨਾਨਕ ਕੋ। ਤੇ ਗੁਰੂ ਕਿਰਪਾ ਕਰੇ, ਇਸ ਕਰਕੇ ਕਿਹਾ ਜਾਂਦਾ ਮਹਾਰਾਜ ਤੇਰੇ ਨਾਮ ਤਰੀਕ ਸੰਤ ਹੈ, ਤੇਰੇ ਨਾਮ ਤਰੀਕ ਸਿੱਖ ਹੈ। ਅਸੀਂ ਬਸ ਨਾਮ ਕਰਕੇ ਪੁਕਾਰੇ ਜਾਂਦੇ, ਆਪਣੇ ਦੀ ਆਪ ਲਾਜ ਰੱਖ। ਗੁਰੂ ਕਿਰਪਾ ਕਰੇ। ਅੱਗੇ ਦੱਸਦੇ ਜਨਮ ਮਰਨ ਬੰਧਨ ਹੱਥ ਤੇਈ। ਤੇ ਜੇ ਇਮ ਜਾਣੇ ਸਿੱਖ ਹੈ ਸੋਈ ਸਈ, ਉਹ ਸਿੱਖ ਹੈ ਜਨਮ ਮਰਨ ਬੰਧਨ ਹੱਥ ਤੇ। ਉਹ ਸਿੱਖ ਦੇ ਜੰਮਣ ਤੇ ਮਰਨ ਦੇ ਬੰਧਨ ਖਤਮ ਹੋ ਜਾਣਗੇ। ਸੁਣ ਜਮਾਲ ਨੇ ਪ੍ਰਸ਼ਨ ਬਖਾਨਾ। ਹੁਣ ਭਾਈ ਜਮਾਲ ਵੀ ਉਹ ਸਾਰੇ ਸੰਸੇ ਪਤਾ ਨਹੀਂ ਸਾਡੇ ਸੰਸਿਆਂ ਦੀ ਨਿਮਰਤੀ ਲਈ ਪ੍ਰਸ਼ਨ ਕਰਦਾ ਹੈ, ਨਹੀਂ ਐਡੀ ਹਿੰਮਤ ਕਿੱਥੇ ਗੁਰੂ ਦੇ ਨਾਲ ਐਡੀਆਂ ਖੁੱਲੀਆਂ ਗੱਲਾਂ ਕਰਨੀਆਂ, ਸਾਡੇ ਭਲੇ ਲਈ ਹੋ ਰਹੀਆਂ ਨੇ। ਉਹ ਕਹਿਣ ਲੱਗਾ ਮਹਾਰਾਜ ਇੱਕ ਪ੍ਰਸ਼ਨ ਹੈ, ਜੇ ਸਾਰੀ ਜਗ੍ਹਾ ਚੇਤਨ ਹੈ, ਇੱਕ ਚੇਤਨ ਜੇ ਹੈ ਸਭ ਥਾਨਾ। ਜੇ ਇੱਕੋ ਹੀ ਚੇਤਨ ਸਾਰੀ ਜਗ੍ਹਾ ਹੈ, ਫਿਰ ਮਹਾਰਾਜ ਮੇਰਾ ਪ੍ਰਸ਼ਨ ਹੈ ਇੱਕ ਤੋ ਆਹਾਰ ਕਰਬੇ ਇੱਕ ਸੰਗ। ਤਾਂ ਫਿਰ ਮਹਾਰਾਜ ਇੱਕ ਦੇ ਰੋਟੀ ਖਾਣ ਦੇ ਨਾਲ ਦੂਜੇ ਨੂੰ ਰੱਜ ਕਿਉਂ ਨਹੀਂ ਆ ਜਾਂਦਾ? ਚੇਤਨ ਤਾਂ ਇੱਕੋ ਹੀ ਹੈ ਸਾਰੇ। ਇਹ ਭੇਦ ਕੀ? ਇਹ ਪ੍ਰਸ਼ਨ ਕੀਤਾ ਉਸਨੇ, ਕਿਉਂ ਨਾ ਤ੍ਰਿਪਤ ਹੋਵੇ ਸਰਬੰਗ। ਸਾਰੇ ਕਿਉਂ ਨਹੀਂ ਰੱਜ ਜਾਂਦੇ ਇੱਕ ਦੇ ਰੋਟੀ ਖਾਣ ਨਾਲ? ਇੱਕ ਕੇ ਗਿਆਨ ਹੋਣ ਕਰ ਸਾਰੇ। ਇੱਕ ਦੇ ਗਿਆਨ ਹੋਣ ਦੇ ਨਾਲ ਕਿਉਂ ਅਗਿਆਨ ਕੋਈ ਨ ਸਾਰੇ। ਇਹ ਸਾਰੇ ਦਾ ਗਿਆਨ ਕਿਉਂ ਨਹੀਂ ਦਾ? ਇੱਕ ਨੂੰ ਬ੍ਰਹਮ ਗਿਆਨ ਹੋ ਜੇ, ਸਾਰਿਆਂ ਨੂੰ ਹੋ ਜਵੇ, ਤੇ ਚੇਤਨ ਤਾਂ ਇੱਕੋ ਹੀ ਆ ਸਾਰੇ। ਜੋ ਅਜਵਹਿ ਸੋਈ ਤ੍ਰਿਪਤ ਆਵੇ। ਪਰ ਜਿਹੜਾ ਰੋਟੀ ਖਾਂਦਾ ਭੁੱਖ ਉਸੇ ਦੀ ਮਿਟਦੀ ਹੈ, ਦੂਜੇ ਦੀ ਜਰਾ ਵੀ ਨਹੀਂ ਮਿਟਦੀ ਹੈ। ਹਾਂਜੀ, ਜੋ ਗਿਆਨੀ ਸੋ ਕੇਵਲ ਪਾਵੇ। ਜਿਹੜਾ ਗਿਆਨੀ ਹੈ ਉਹ ਕੇਵਲ ਮੋਕਸ਼ ਨੂੰ ਪ੍ਰਾਪਤ ਹੋ ਜਾਂਦਾ ਹੈ, ਦੂਏ ਨੂੰ ਮੁਕਤੀ ਨਹੀਂ ਮਿਲਦੀ। ਸ੍ਰੀ ਮੁਕਤੇ ਸਭ ਉੱਤਰ ਦੀਨ। ਧੰਨ ਗੁਰੂ ਹਰਗੋਬਿੰਦ ਸਾਹਿਬ ਸੁਣ ਕੇ ਫਿਰ ਉੱਤਰ ਦੇਣ ਲੱਗੇ ਮੇਰੇ ਪਾਤਸ਼ਾਹ। ਘਟ ਬਠ ਨਾਨਾ ਜਹ ਕਹਿ ਚੀਨ। ਤੇ ਕਹਿੰਦੇ ਭਾਈ ਜਿਵੇਂ ਘਟਾਕਾਸ਼ ਮਟਾਕਾਸ਼, ਇਹ ਜਿਵੇਂ ਭੇਦ ਹਨ ਆਕਾਸ਼ ਦੇ। ਏਕ ਆਕਾਸ਼ ਸਭਨ ਮਹਿ ਦੀਖਤ। ਘੜੇ ਦੇ ਵਿੱਚ ਵੀ ਆਕਾਸ਼ ਹੈ ਤੇ ਕੋਠੇ ਦੇ ਵਿੱਚ ਵੀ ਆਕਾਸ਼ ਹੈ। ਸਾਸ ਇਹ ਆਕਾਸ਼ ਜਿਹੜਾ ਹੈ, ਇੱਥੇ ਭਾਈ ਸਾਹਿਬ ਨੇ ਦੋ ਹੀ ਪ੍ਰਮਾਣ ਦਿੱਤੇ ਹੈ। ਇਹਦੇ ਵਿਧਾਨ ਦੇ ਗ੍ਰੰਥਾਂ ਵਿੱਚ 4 ਪ੍ਰਮਾਣ ਹੁੰਦੇ, 2 ਹੋਰ ਵੀ ਹੁੰਦੇ, ਕਿਉਂਕਿ ਪ੍ਰਮਾਣ ਜਿੰਨਾ ਕੁ ਭਾਈ ਸਾਹਿਬ ਨੂੰ ਚਾਹੀਦਾ ਸੀ ਉਹਨਾਂ ਕੁ ਵਰਤ ਲਿਆ। ਉਹ ਇਸ ਤਰ੍ਹਾਂ ਹੈ ਵੀ ਪਹਿਲੇ ਨੂੰ ਕਹਿੰਦੇ ਘਟਾਕਾਸ਼ ਮਟਾਕਾਸ਼ ਮੇਘਾਕਾਸ਼ ਮਹਾਕਾਸ਼। ਇਹ 4 ਭੇਦ ਆਕਾਸ਼ ਦੇ ਹੈ। ਚਾਰੇ ਭੇਦ ਚੇਤਨ ਦੇ, ਤੇ ਜੀਵ ਹੈ, ਕੁਟਸਥ ਹੈ, ਈਸ਼ਰ ਹੈ, ਬ੍ਰਹਮ ਹੈ। ਆਕਾਸ਼ ਦਾ ਟੁਕੜਾ ਨਹੀਂ ਹੋ ਸਕਦਾ, ਆਕਾਸ਼ ਵੱਢਿਆ ਟੁਕਿਆ ਨਹੀਂ ਜਾ ਸਕਦਾ, ਆਕਾਸ਼ ਦਾ ਕੋਈ ਪੀਸ ਨਹੀਂ ਬਣ ਸਕਦਾ। ਲੇਕਿਨ ਚੇਤਨ ਦਾ ਵੀ ਕੋਈ ਹਿੱਸਾ ਨਹੀਂ ਬਣ ਸਕਦਾ, ਰੱਬ ਦਾ ਕੋਈ ਟੁਕੜਾ ਨਹੀਂ ਹੋ ਸਕਦਾ।
ਖੰਡਿਓ ਜੋ ਨਾ ਜਾਏ, ਕਲਗੀਧਰ ਪਾਤਸ਼ਾਹ ਸ੍ਰੀ ਦਸਮ ਗ੍ਰੰਥ ਵਿੱਚ ਕਹਿੰਦੇ ਆ, ਖੰਡਿਓ ਜੋ ਨਾ ਜਾਏ ਸੋ ਅਖੰਡ ਜੋ ਕੋ ਖਿਆਲ ਕੀਜੇ। ਉਹਨੂੰ ਅਖੰਡ ਕਹਿੰਦੇ, ਅਖੰਡ ਸਰੂਪ ਹੈ। ਪਰ ਇਹ ਆਕਾਸ਼ ਦੇ 4 ਭੇਦ ਵਿਦਵਾਨਾਂ ਨੇ ਕਲਪ ਲਏ। ਕਹਿੰਦੇ ਦੇਖੋ, ਜਿੰਨਾ ਕੁ ਘੜੇ ਦਾ ਆਕਾਰ ਹੈ ਤੇ ਘੜੇ ਦੇ ਆਕਾਰ ਦਾ ਉਨਾ ਜਿਹੜਾ ਆਕਾਸ਼ ਘੜੇ ਦੇ ਵਿੱਚ ਆ ਗਿਆ, ਉਹਨੂੰ ਕਹਿੰਦੇ ਘੜਾ ਆਕਾਸ਼। ਜਿਵੇਂ ਮਿਸਾਲ ਦੇ ਤੌਰ ਤੇ ਆਪਣੇ ਕੰਨ ਦੇ ਵਿੱਚ ਗਲੀ ਹੈ, ਉਹ ਗਲੀ ਨੂੰ ਸਿੱਧਾ ਗਾਹਾਂ ਜਾ ਕੇ ਪੜਦਾ ਹੈ। ਇਹ ਜਿਹੜੀ ਗਲੀ ਹੈ ਇਹਨੂੰ ਕਿਹਾ ਜਾਂਦਾ ਕੰਨ ਦੀ ਗਲੀ। ਤੇ ਗਲੀ ਦੇ ਵਿੱਚ ਹੈ ਕੀ, ਵਿਚਾਰ ਕੇ ਦੇਖੋ, ਇਕੱਲਾ ਆਕਾਸ਼ ਹੈ, ਉਹਦੇ 'ਚ ਕੁਝ ਵੀ ਨਹੀਂ ਹੈ, ਪਰ ਕੰਨ ਦੀ ਉਪਾਧੀ ਲੱਗੀ, ਇਸ ਕਰਕੇ ਕੰਨ ਦੀ ਗਲੀ। ਜਿਹੜੇ ਥਾਂ ਨੂੰ, ਜਿੰਨੇ ਨੂੰ ਘੜੇ ਦੀ ਉਪਾਧੀ ਲੱਗੀ ਨਾ ਆਕਾਸ਼ ਨੂੰ, ਉਹਨੂੰ ਕਿਹਾ ਜਾਂਦਾ ਘਟਾ ਆਕਾਸ਼। ਜਿਹਨੂੰ ਕੋਠੇ ਦੀ ਉਪਾਧੀ ਲੱਗੀ, ਉਹਦੇ ਨਾਲ ਵੱਡਾ ਉਹਨੂੰ ਕਿਹਾ ਮਠਾ ਆਕਾਸ਼। ਜਿਹਨੂੰ ਬੱਦਲ ਆ ਗਏ, ਬੱਦਲ ਦੇ ਧਰਤੀ ਦੇ ਵਿਚਾਲੇ ਆਕਾਸ਼ ਆ ਗਿਆ, ਉਹਨੂੰ ਕਹਿੰਦੇ ਮੇਘਾ ਆਕਾਸ਼। ਜਿਹੜਾ ਉਸ ਤੋਂ ਉੱਪਰ ਰਹਿ ਗਿਆ ਉਹਨੂੰ ਕਹਿੰਦੇ ਮਹਾਕਾਸ਼। ਮਹਾਕਾਸ਼ ਤੋਂ ਮੇਘਾ ਆਕਾਸ਼ ਵੀ ਅਲੱਗ ਨਹੀਂ, ਤੇ ਮੇਘਾ ਆਕਾਸ਼ ਤੋਂ ਅੱਗੇ ਘਟਮਟ ਆਕਾਸ਼ ਜਿਹੜੇ ਉਹ ਅਲੱਗ ਨਹੀਂ, ਸਾਰੇ ਇੱਕੋ ਹੀ ਆਕਾਸ਼ ਹੈ। ਇਸੇ ਤਰ੍ਹਾਂ ਬ੍ਰਹਮ ਦੀ ਗੱਲ ਗੁਰੂ ਮਹਾਰਾਜ ਇੱਥੇ ਬ੍ਰਹਮ ਗਿਆਨ ਦੀ ਸਮਝਾ ਰਹੇ ਹਨ ਜੀ। ਨਿਰਣੈ ਕਰੋ ਭੇਵ ਨਹਿ ਈਖਤ। ਮਹਾਰਾਜ ਕਹਿੰਦੇ ਇਹਦੇ ਵਿੱਚ ਨਿਰਣੈ ਕਰਕੇ ਵੇਖ ਲਓ, ਭੇਦ ਨਹੀਂ ਹੈ ਕੋਈ। ਪਾਏ ਪਦਾਰਥ ਜਿਸ ਘਟ ਵਿਖੈ। ਮਹਾਰਾਜ ਉੱਤਰ ਦਿੰਦੇ ਨੇ, ਕਹਿੰਦੇ ਜਿਹੜਾ ਤੂੰ ਕਹਿੰਦਾ ਨਾ ਵੀ ਇੱਕ ਦੀ ਰੋਟੀ ਖਾਣ ਨਾਲ ਸਾਰੇ ਕਿਉਂ ਤ੍ਰਿਪਤ ਹੋ ਜਾਂਦੇ। ਮਹਾਰਾਜ ਕਹਿੰਦੇ ਜਿਹੜੇ ਘੜੇ ਦੇ ਵਿੱਚ ਕੋਈ ਦਾਣੇ ਪਾ ਦੇਵੇ, ਉਹਦੇ ਚੋਂ ਨਿਕਲਣਗੇ, ਦੂਜੇ ਤੋਂ ਥੋੜੀ ਨਿਕਲਣਗੇ। ਉਹ ਇਹ ਉੱਤਰ ਦਿੱਤਾ ਮਹਾਰਾਜ ਜੀ ਨੇ। ਜਿਸ ਤੇ ਹੀ ਨਿਕਸਦ ਸਭ ਦਿਖੈ। ਉਹਦੇ ਵਿੱਚੋਂ ਹੀ ਨਿਕਲਦਾ ਦੇਖੂਗਾ ਦਾਣੇ ਜਿਹੜੇ ਪਾਏ ਨੇ। ਜਿਸ ਮਠ ਮੈਂ ਹੈ ਦੀਪਕ ਹੈ ਬਾਰਾ। ਜਿਹੜੇ ਕੋਠੇ ਦੇ ਵਿੱਚ ਦੀਵਾ ਵਾਲਿਆ ਹੈ, ਦੂਜਾ ਉਹਦਾ ਸਵਾਲ ਸੀ ਵੀ ਇੱਕ ਨੂੰ ਗਿਆਨ ਹੋਣ ਨਾਲ ਗਿਆਨ ਨਹੀਂ ਹੋ ਜਾਂਦਾ। ਕਹਿੰਦੇ ਜਿਹੜੇ ਮਕਾਨ 'ਚ ਦੀਵਾ ਜਲਦਾ, ਹਨੇਰਾ ਉੱਥੇ ਜਾਊਗਾ, ਦੂਜੇ ਦੇ ਕਿਵੇਂ ਚਲੇ ਜਾਊ, ਦੀਵਾ ਤਾਂ ਉੱਥੇ ਜਗ ਰਿਹਾ। ਇਹ ਪ੍ਰਮਾਣ ਦਿੱਤਾ। ਜਿਸ ਇੱਕ ਮੈਂ ਹੋਏ ਉਜਿਆਰਾ। ਉਹਦੇ ਵਿੱਚ ਉਜਾਲਾ ਹੁੰਦਾ ਹੈ। ਤਿਮ ਜਾਨੋ ਜਿਵ ਭੋਜਨ ਖਾਨੋ। ਜਿਵੇਂ ਇਸੇ ਤਰ੍ਹਾਂ ਜਾਣਨਾ ਕਰੋ ਵੀ ਜਿਵੇਂ ਭੋਜਨ ਖਾਣ ਦੀ ਨਿਆਈ। ਧਰਮ ਪ੍ਰਾਣ ਕੋ ਪਾਣੀ ਪਾਨੋ। ਕਹਿੰਦੇ ਜਿਹੜਾ ਭੋਜਨ ਖਾਣਾ ਹੈ ਇਹ ਪ੍ਰਾਣਾਂ ਦਾ ਧਰਮ ਹੈ। ਗੁਰਸਿੱਖੋ, ਭੁੱਖ ਜਿਹੜੀ ਲੱਗੀ ਹੈ, ਪਿਆਸ ਲੱਗੀ ਹੈ, ਪ੍ਰਾਣਾਂ ਨੂੰ ਲੱਗਦੀ ਹੈ, ਆਤਮਾ ਨੂੰ ਨਹੀਂ ਲੱਗਦੀ। ਮਨ ਕੋ ਧਰਮ ਸਮਝਿਓ ਗਿਆਨ। ਮਨ ਦਾ ਧਰਮ ਹੈ ਗਿਆਨ। ਮਨ ਨੂੰ ਭੁੱਖ ਲੋਕ ਥੋੜੀ ਲੱਗੀ ਹੈ। ਮਨ ਤਾਂ ਗਿਆਨ ਹੈ, ਉਹਦੇ ਵਿੱਚ ਵੀ ਪ੍ਰਾਣਾਂ ਨੂੰ ਭੁੱਖ ਲੱਗੀ ਹੈ, ਇਸ ਕਰਕੇ ਮਨ ਕਲਪਦਾ, ਕਹਿੰਦਾ ਵੀ ਰੋਟੀ ਦਿਓ। ਉਹ ਗਿਆਨ ਹੈ ਉਹਦੇ ਵਿੱਚ, ਪਰ ਭੁੱਖ ਮਨ ਨੂੰ ਨਹੀਂ ਲੱਗੀ। ਤੇ ਭੁੱਖ ਲੱਗੀ ਹੈ ਪ੍ਰਾਣਾਂ ਨੂੰ। ਤੇ ਸੁੱਖ ਔਰ ਦੁੱਖ ਅਨੁਭਵ ਕਰਨਾ ਇਹ ਮਨ ਦਾ ਧਰਮ ਹੈ। ਗਿਆਨ ਇਹਦਾ ਧਰਮ ਹੋਣ ਕਰਕੇ ਆਤਮ ਸਾਖੀ ਸਭ ਕੋ ਜਾਨ। ਭਈ ਆਤਮਾ ਜਿਹੜਾ ਉਹ ਸਾਰਿਆਂ ਦਾ ਸਾਖੀ ਹੈ। ਮਨ ਨੂੰ ਸੱਤਾ ਦੇਣ ਵਾਲਾ ਉਹ ਜਿਹੜੀ ਸ਼ਕਤੀ ਹੈ, ਉਹ ਜੋਤ ਰੂਪ ਹੈ ਵਾਹਿਗੁਰੂ ਪਰਮੇਸ਼ਰ ਆਪ। ਭੇਦ ਸਜਾਤ ਵਿਜਾਤੀ ਸੁਗਤ ਨਾ। ਉਹਦੇ 'ਚ ਨਾ ਸਜਾਤੀ ਭੇਦ ਹੈ, ਨਾ ਵਿਜਾਤੀ ਭੇਦ ਹੈ, ਨਾ ਸੁਗਤ ਭੇਦ ਹੈ। ਇਹ ਸ਼ਾਸਤਰ ਜੀ ਗੂੜੀਆਂ ਗੱਲਾਂ ਨੇ। ਇਸ ਕਰਕੇ ਹੁਣ ਬਾਰ-ਬਾਰ ਮੈਂ ਮਹਾਂਪੁਰਖਾਂ ਦਾ ਧੰਨਵਾਦ ਕਿਹੜੀ ਰਸਨਾ ਨਾਲ ਕਰਾਂ। ਉਸ ਵੇਲੇ ਸ਼ੰਕੇ ਉਤਪੰਨ ਹੁੰਦੇ ਸੀ ਵੀ ਇਹਨਾਂ ਗ੍ਰੰਥਾਂ ਦੀ ਲੋੜ ਕੀ ਹੈ। ਗੁਰਬਾਣੀ ਪੜ੍ਹੀ ਜਾਏ ਉਹਨਾਂ ਹੋਰ ਵੱਧ ਤੋਂ ਵੱਧ ਹੁਣ ਪਤਾ ਲੱਗਦਾ। ਤੇ ਉਹ ਕੱਲੇ ਭੇਦ ਜਿਹੜੇ ਸੰਤਾਂ ਨੇ ਬੜੇ ਪ੍ਰੇਮ ਦੇ ਨਾਲ ਸਮਝਾਉਣੇ ਭਾਈ। ਇਹ 3 ਪ੍ਰਕਾਰ ਦੇ ਭੇਦ ਹਨ, ਸਜਾਤੀ ਵਿਜਾਤੀ ਸੁਗਤ ਭੇਦ। ਬ੍ਰਹਮ ਵਿੱਚ 3 ਭੇਦ ਨਹੀਂ ਹਨ। ਉਹ ਹੁਣ ਆ ਗੱਲ ਉਹੀ ਆਈ ਪਈ ਹੈ ਸਾਰੀ। ਉਹ ਕਿਹੜੇ ਭੇਦ ਨੇ ਦੱਸਦੇ ਨੇ। ਸਭ ਤੇ ਨਿਆਰੋ ਬ੍ਰਹਮ ਸਚੇਤਨ। ਉਹਦੇ ਵਿੱਚ ਸਜਾਤੀ ਵਿਜਾਤੀ ਸੁਗਤ ਭੇਦ ਨਹੀਂ। ਇਹ ਕਿਹੜੇ ਹੁੰਦੇ ਨੇ, ਉਹ ਅੱਗੇ ਆ ਰਹੀ ਹੈ ਵਿਚਾਰ। ਇਸ ਕਰਕੇ ਮੈਂ ਇੱਥੇ ਨਹੀਂ ਖੋਲੇ, ਤੇ ਅੱਗੇ ਵਿਚਾਰ ਆ ਰਹੀ ਹੈ। ਕਹਿੰਦੇ ਬ੍ਰਹਮ ਦੇ ਵਿੱਚ ਕੋਈ ਭੇਦ ਨਹੀਂ ਹੈ, ਉਹ ਅਖੰਡ ਸਰੂਪ ਹੈ। ਜਿਮ ਜੁਗ ਬਿਰਸ ਸਜਾਤੀ ਵਾਨ। ਹੁਣ ਦੱਸਦੇ ਨੇ ਸਜਾਤੀ ਭੇਦ ਕੀ ਹੁੰਦਾ। ਯੁੱਗ 2 ਦਾ ਨਾਮ ਹੈ। ਜਿਵੇਂ ਇੱਕੋ ਹੀ ਜਾਤੀ ਦੇ ਅੰਬ ਦੇ ਮੁਕਾਬਲੇ 'ਚ ਇੱਕ ਹੋਰ ਅੰਬ ਖੜਾ ਹੈ, ਸੈਂਕੜੇ ਖੜੇ ਨੇ, ਇਹ ਸਜਾਤੀ ਉਸੇ ਜਾਤੀ ਦੇ ਹੋਰ ਅੰਬ ਹੈਗੇ। ਇਹ ਪ੍ਰਮਾਣ ਦਿੱਤਾ ਭਾਈ ਸਾਹਿਬ ਜੀ ਨੇ। ਇਹ ਸਜਾਤੀ ਭੇਦ ਹੈ। ਰੱਬ ਵਰਗਾ ਕੋਈ ਹੋਰ ਰੱਬ ਹੈ ਨਹੀਂ। ਸ਼ਰੀਕ ਹੋਰ ਸ਼ਰੀਕ ਹੋਵੇ ਕੋਈ ਤੇਰਾ, ਤੇ ਅੱਗੇ ਤੁਧ ਆਖਾਂ ਤੇਰੇ ਜੇਵੜ ਤੂੰ ਹੈ ਸਾਈਂ। ਕਹਿੰਦੇ ਸਜਾਤੀ ਭੇਦ ਵੀ ਹੈ ਨਹੀਂ। ਰੱਬ ਵਰਗਾ ਹੋਰ ਕੋਈ ਰੱਬ ਨਹੀਂ ਹੈ। ਤਾਂ ਬ੍ਰਹਮ ਤੇ ਬ੍ਰਹਮ ਨ ਆਨ। ਬ੍ਰਹਮ ਤੋਂ ਹੋਰ ਉਹਦੇ ਵਰਗਾ ਬ੍ਰਹਮ ਨਹੀਂ ਹੈ ਕੋਈ। ਜਿਮ ਤਰ ਪੱਥਰ ਅਹਿ ਵਿਜਾਤੀ। ਜਿਵੇਂ ਤਰ ਨਾਮ ਹੈ ਬਿਰਸ਼ ਦਾ। ਸੰਸਕ੍ਰਿਤ 'ਚ ਤਰ ਕਹਿੰਦੇ, ਆਪਾਂ ਬਿਰਸ਼ ਕਹਿੰਦੇ ਹਾਂ। ਪੱਥਰ ਤੇ ਬਿਰਸ਼ ਇਹ ਵਿਜਾਤੀ ਹੋ ਗਈ। ਪੱਥਰ ਦੀ ਜਾਤ ਹੋਰ ਹੈ, ਬਿਰਸ਼ ਦੀ ਹੋਰ ਹੈ। ਕਹਿੰਦੇ ਇਸੇ ਤਰ੍ਹਾਂ ਰੱਬ ਦੇ ਮੁਕਾਬਲੇ 'ਚ ਕੋਈ ਹੋਰ ਜਾਤੀ ਦਾ ਰੱਬ ਵੀ ਨਹੀਂ ਹੈ। ਚਲੋ ਉਹਦੇ ਵਰਗਾ ਨਹੀਂ ਵੀ ਕਿਸੇ ਹੋਰ ਤਰ੍ਹਾਂ ਵਰਗਾ ਹੋਵੇ,
ਨਹੀਂ ਹੈ ਹੀ ਨਹੀਂ ਕੋਈ ਇਹਦੇ ਬਰਾਬਰ, ਉਹਦੇ 'ਚ ਇਹ ਭੇਦ ਵੀ ਨਹੀਂ ਹੈ। ਤਿਮ ਵੀ ਬ੍ਰਹਮ ਕੇ ਨਹਿ ਬਖਿਆਤੀ, ਬ੍ਰਹਮ ਦੇ ਵਿੱਚ ਇਹ ਵੀ ਨਹੀਂ ਹੈ। ਚੇਤਨ ਬ੍ਰਹਮ ਜਗਤ ਜੜ ਹੈ, ਇਹ ਬ੍ਰਹਮ ਚੇਤਨ ਹੈ, ਸੰਸਾਰ ਜੜ ਹੈ ਭਾਈ। ਭਈ ਵਿਜਾਤੀ ਦੋਨੋਂ ਲਹੈ, ਇਸ ਕਰਕੇ ਦੋਨੋਂ ਵਿਜਾਤੀ ਹਨ, ਐਸਾ ਵੀ ਨਹੀਂ ਰੱਬ ਦੇ ਮੁਕਾਬਲੇ 'ਚ ਕੋਈ ਰੱਬ ਹੋਵੇ। ਬ੍ਰਹਮ ਸਦਾ ਸਤਿਚਿਤ ਅਬਨਾਸੀ, ਇਹ ਬ੍ਰਹਮ ਸਤ ਚੇਤਨ ਆਨੰਦ ਹੈ। ਜੜ ਕਲਪਤ ਮਿਥਿਆ ਸਭ ਨਾਸੀ, ਸਾਸ ਜੀ ਦੇ ਬ੍ਰਹਮ ਦੇ ਵਿਸ਼ੇਸ਼ਣ ਉਹ ਹੈ ਸਤ ਚੇਤਨ ਆਨੰਦ। ਆਤਮਾ ਦੇ ਵਿਸ਼ੇਸ਼ਣ ਵੀ ਇਹੀ ਜਿਹੜੀ ਸਾਡੇ ਅੰਦਰ ਆਤਮਾ ਹੈ, ਸਤ ਚੇਤਨ ਆਨੰਦ। ਤੇ ਮਾਇਆ ਜਿਹੜੀ ਅਸਤ ਦਾ ਜੜ ਦੁੱਖ ਰੂਪ ਹੈ, ਮਾਇਆ ਦੇ ਇਹ ਵਿਸ਼ੇਸ਼ਣ ਅਸਤ ਜੜ ਦੁੱਖ ਰੂਪ, ਬ੍ਰਹਮ ਸਤ ਚੇਤਨ ਆਨੰਦ, ਬਹੁਤ ਫਰਕ ਹੈ। ਸੋ ਇਸ ਕਰਕੇ ਸਾਧ ਜੀ ਬ੍ਰਹਮ ਨੂੰ ਜਾਣ ਲਵੇ ਉਹਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ। ਇੱਥੇ ਮਹਾਰਾਜ ਆਪਣੇ ਗੁਰਸਿੱਖਾਂ ਨੂੰ ਬ੍ਰਹਮ ਗਿਆਨ ਦੇ ਰਹੇ ਨੇ। ਬ੍ਰਹਮ ਕੋ ਨਹੀਂ ਵਿਜਾਤੀ ਰਹੈ, ਬ੍ਰਹਮ ਕੋ ਨਹੀਂ ਵਿਜਾਤੀ ਰਹੈ, ਇਸ ਕਰਕੇ ਬ੍ਰਹਮ ਦਾ ਵਿਜਾਤੀ ਵੀ ਨਹੀਂ ਹੈ ਕੋਈ। ਜਾਂ ਤੇ ਭੇਦ ਬ੍ਰਹਮ ਨਹਿ ਲਹੈ, ਇਸ ਕਰਕੇ ਬ੍ਰਹਮ ਦੇ ਵਿੱਚ ਇਹ ਭੇਦ ਵੀ ਨਹੀਂ ਹੈ। ਭਾਈ ਸਾਹਿਬ ਜੀ ਇੱਥੇ ਦੱਸ ਰਹੇ ਹਨ ਜਥਾ ਵਿਰਸ ਕੀ ਸਾਖਾਂ ਟਾਸ, ਤੇ ਜਿਸ ਤਰ੍ਹਾਂ ਬਿਰਸ਼ ਦੀਆਂ ਟਾਹਣੀਆਂ ਹੁੰਦੀਆਂ ਨੇ ਬਰੀਕ ਬਰੀਕ, ਤੇ ਉਹਨਾਂ ਨੂੰ ਦੱਸਦੇ ਨੇ ਇਹ ਹੁਣ ਸਗਤ ਭੇਦ ਕਹਿਣਗੇ। ਸੋ ਅੱਗੇ ਦੱਸਦੇ ਨੇ ਜੀ ਸੁਗਤ ਭੇਦ ਕੋ ਇਮ ਨਿਰਜਾਸ, ਸਾਧ ਸੰਗਤ ਜੀ ਟੀਕਿਆਂ ਦੀ ਜਿਹੜਾ ਘਰ ਹੈ ਨਾ ਕਿਸੇ ਵਿਦਵਾਨ ਦਾ ਕੀਤਾ ਹੋਵੇ ਸੰਪਰਦਾਇ, ਬੜੇ ਦੁੱਖ ਦੀ ਬਾਤ ਹੈ। ਸੂਰਜ ਪ੍ਰਕਾਸ਼ ਦਾ ਟੀਕਾ ਕਰਨ ਵਾਲੇ ਪ੍ਰੇਮੀ ਨੇ ਤੇ ਵਿਚਾਰ ਕੇ ਨਹੀਂ ਕੀਤਾ, ਇੱਕ ਇੱਕ ਅਧਿਆਇ ਦੇ ਸੈਂਕੜੇ ਗਲਤੀਆਂ ਛੱਡੀਆਂ। ਆਹ ਤੁਸੀਂ ਪੜ੍ਹ ਕੇ ਦੇਖੋ ਟੀਕਾ ਕਰਨ ਵਾਲਾ ਕੀ ਕਹਿੰਦਾ। ਚਲੋ ਇੱਥੇ ਤਾਂ ਮੂਲ ਪਾਠ ਰੱਖਿਆ ਹੋਇਆ। ਸੁਗਤ ਭੇਦ ਦਾ ਹੀ ਨਹੀਂ ਪਤਾ ਉਹਨੂੰ ਵੀ ਹੁੰਦਾ ਕੀ ਆ, ਉਹਦੇ ਅਰਥ ਹੋਰ ਹੀ ਕੱਢ ਮਾਰੇ। ਸੁਗਤ ਭੇਦ ਹੁੰਦਾ ਵੀ ਆਪਣਾ ਸਰੀਰ, ਆਪਣੇ ਸਰੀਰ ਦੀਆਂ ਸਾਰੀਆਂ ਪੰਜੇ ਉਂਗਲਾਂ ਅੰਗੂਠੇ ਸਮੇਤ ਅਲੱਗ ਅਲੱਗ ਨੇ, ਪੈਰਾਂ ਦੀਆਂ ਉਂਗਲੀਆਂ ਅਲੱਗ ਨੇ, ਸਰੀਰ ਆਪਣੇ ਉਂਗਲਾਂ ਅਲੱਗ ਨੇ, ਇਹਨੂੰ ਸੁਗਤ ਭੇਦ ਕਹਿੰਦੇ ਨੇ। ਸਵੈਗਤ ਆਪਣੇ ਆਪ ਵਿੱਚ ਭੇਦ, ਬਿਰਸ਼ ਇੱਕੋ ਹੀ ਹੈ, ਉਸੇ ਬਿਰਸ਼ ਦੀਆਂ ਟਾਹਣੀਆਂ ਅਲੱਗ ਅਲੱਗ ਨੇ, ਇਹਨੂੰ ਸੁਗਤ ਭੇਦ ਬਿਰਸ਼ ਦਾ ਕਹਿੰਦੇ ਨੇ। ਤੇ ਬ੍ਰਹਮ ਦੇ ਵਿੱਚ ਐਸਾ ਵੀ ਕੋਈ ਨਹੀਂ ਵੀ ਬ੍ਰਹਮ ਦੇ ਅੰਗ ਪ੍ਰਤੰਗ ਵੱਖਰੇ ਵੱਖਰੇ ਹੋਣ, ਕਹਿੰਦੇ ਰੱਬ ਇਹ ਹਾਜ਼ਮ ਨਹੀਂ ਹੈ। ਇਹ ਦੱਸ ਰਹੇ ਹਨ ਜਿਮਦਰ ਤਨ ਪ੍ਰਤ ਅੰਗ ਸੋ ਅੰਗ, ਜਿਵੇਂ ਪੁਰਸ਼ ਦੇ ਅੰਗ ਪ੍ਰਤੰਗ ਜਿਹੜੇ ਆਪ ਜੀ ਸੁਣੇ ਹੁਣੇ, ਨ ਚੇਤਨ ਕਹਿ ਅਨੰਗ, ਤੇ ਪਰਮੇਸ਼ਰ ਜਿਹੜਾ ਅਨਜਮਾ ਅੰਗ, ਕੋਈ ਅੰਗ ਨਹੀਂ ਹੈ ਪਰਮੇਸ਼ਰ ਦੇ, ਕੋਈ ਅੰਗ ਪ੍ਰਤੰਗ ਨਹੀਂ ਹਨ। ਅਚਰਜ ਸਰੂਪ ਹੈ, ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰ, ਉਹਦਾ ਅਚਰਜ ਸਰੂਪ ਹੈ ਪ੍ਰਮਾਤਮਾ ਦਾ। ਬ੍ਰਹਮ ਆਤਮਾ ਇਮ ਨਿਰਤਾਰੋ, ਚੱਕਰ ਜਿਹਨ ਹਰ ਵਰ ਜਾਤ ਅਰਪਾਤ ਨਹਿ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿ ਅਚਲ ਮੂਰਤ ਅਨ ਭਉ ਪ੍ਰਕਾਸ਼ ਹੈ, ਐਸਾ ਉਹਦਾ ਸਰੂਪ ਹੈ। ਤੇ ਮਹਾਰਾਜ ਸਾਹਿਬ ਨੇ ਨਹੀਂ ਜਾਣ ਜਾਈ ਕਛੁ ਰੂਪ ਰੇਖੰ, ਕਹਾਂ ਵਾਸਤਾ ਕੋ ਫਿਰੇ ਕੌਣ ਭੇਖੰ, ਕਹਾਂ ਨਾਮਤਾ ਕੋ ਕਹਾਂ ਕਹਿ ਕਹਾਵੈ, ਕਹਾਂ ਮੈਂ ਬਖਾਨੋ ਕਹੇ ਮੋਨ ਆਵੈ। ਸ੍ਰੀ ਦਸਮ ਗ੍ਰੰਥ ਮਹਾਰਾਜ ਸਾਹਿਬ ਜੀ ਨੇ ਬੜਾ ਖੁਲਾਸਾ ਗੁਰਬਾਣੀ ਦੇ ਅਨੁਸਾਰ ਸ੍ਰੀ ਦਸਮ ਗ੍ਰੰਥ ਵਿੱਚ ਕੀਤਾ ਹੋਇਆ। ਗੁਰੂ ਕਿਰਪਾ ਕਰੀ ਦੱਸਦੇ ਹਨ ਜੀ ਬ੍ਰਹਮ ਆਤਮਾ ਇਹ ਨਿਰਧਾਰੋ, ਇਵੇਂ ਆਤਮਾ ਤੇ ਬ੍ਰਹਮ ਦੋਨਾਂ ਦਾ ਇਉਂ ਮੇਲ ਹੈ। ਗੁਰਸਿੱਖੋ ਨਿਰਗੁਣ ਸਭ ਹੈ ਨਿਰਾਕਾਰੋ, ਨਿਰਗੁਣ ਸਰੂਪ ਹੋ ਕਰਕੇ ਨਿਰਾਕਾਰ ਸਾਰਿਆਂ ਦੇ ਵਿੱਚ ਹੈ, ਆਕਾਰ ਤੋਂ ਰਹਿਤ ਆਤਮਾ ਰੂਪ ਹੋ ਕਰਕੇ। ਲਿਪਹਿ ਨਾ ਸਭ ਬੀਚ ਅਰ ਨਿਆਰੋ, ਤੇ ਉਹ ਲਪਾਏ ਮਨ ਨਹੀਂ ਹੁੰਦਾ, ਸਾਰਿਆਂ ਦੇ ਵਿੱਚ ਵਰਤਦਾ ਹੋਇਆ ਵੀ ਨਿਆਰਾ ਹੈ। ਜਿਉਂ ਜਲ ਭੀਤਰ ਦੀਖਤ ਤਾਰੋ, ਕਹਿਣ ਲੱਗੇ ਮਹਾਰਾਜ ਇਹ ਕਿਵੇਂ ਹੋ ਸਕਦਾ ਵੀ ਹੋਵੇ ਵਿੱਚ, ਫਿਰ ਨਿਆਰਾ ਕਿਵੇਂ ਹੋ ਜਾਵੇ ਜਦ ਵਿੱਚ ਹੈ। ਕਹਿੰਦੇ ਭਾਈ ਐਂ ਦੱਸੋ, ਪਾਣੀ ਘੜੇ ਦੇ ਵਿੱਚ ਭਰਿਆ ਵਾ ਹੋਵੇ, ਉਹਦੇ ਜਿਹੜੇ ਆਕਾਸ਼ ਦੇ ਅਨੇਕਾਂ ਤਾਰੇ ਦਿਸਦੇ ਨੇ, ਵੀ ਉਹ ਦੱਸੋ ਵੀ ਤਾਰੇ ਵਿੱਚ ਨੇ ਕਿ ਬਾਹਰ ਨੇ। ਕਹਿੰਦੇ ਮਹਾਰਾਜ ਵਿੱਚ ਵੀ ਨੇ ਬਾਹਰ ਵੀ ਨੇ। ਕਹਿੰਦੇ ਫਿਰ ਇਸ ਤਰ੍ਹਾਂ ਬ੍ਰਹਮ ਵਿੱਚ ਵੀ ਹੈ ਬਾਹਰ ਵੀ ਹੈ, ਉਹਦਾ ਪ੍ਰਤੀਬਿੰਬ ਵਿੱਚ ਹੈ ਤੇ ਉਹਦਾ ਬਿੰਬ ਬਾਹਰ ਹੈ। ਇਸ ਤਰ੍ਹਾਂ ਪ੍ਰਮਾਣ ਦਿੱਤਾ ਹੈ। ਤਨ ਘਟ ਅੰਤਹ ਕਰਨ ਸੋ ਜਰ ਹੋ, ਇਹ ਜਿਹੜਾ ਤਾਨ ਹੈ ਸਰੀਰ, ਇਹਦੇ ਵਿੱਚ ਇਹ ਸਮਝ ਲਓ ਅੰਤःਕਰਨ ਹੋ ਗਿਆ। ਹਾਂ ਤਾਨ ਘਟ, ਤਾਨ ਜਿਹੜਾ ਸਰੀਰ ਆ ਸਾਸੀ ਘੜੇ ਦੀ ਨਿਆਈ ਹੈ, ਜਿਹੜਾ ਅੰਤःਕਰਨ ਹੈ ਇਹਦੇ ਚ ਜਲ ਦੀ ਨਿਆਈ ਹੈ। ਤੇ ਅੰਤःਕਰਨ ਸੋ ਜਲ ਹੈ, ਇਹਦੇ ਚ ਜਲ ਸਮਝੋ ਬ੍ਰਹਮ ਚੰਦ ਪ੍ਰਤਿਬਿੰਬ ਸਤਲ ਹੈ, ਤੇ ਉਹਦੇ ਚ ਪ੍ਰਤੀਬਿੰਬ ਸੁਤਲ ਹੈ। ਤੇ ਜੀਵ ਆਤਮਾ ਜਿਹੜੀ ਇਹ ਸਾਸ ਜੀ ਉਹ ਪ੍ਰਤੀਬਿੰਬ ਦੀ ਨਿਆਈ ਹੈ। ਸਭ ਮੈਂ ਭਾਸੈ ਸਭ ਤੇ ਨਿਆਰੋ, ਉਹ ਵਾਹਿਗੁਰੂ ਸਾਦੀ ਸੇ ਸਭ ਸੰਗ ਰਹੇ ਅਲੇਪਾ ਨਾ ਵਿਆਪੈ ਉਨਮਾਈ, ਸਾਰਿਆਂ ਵਿੱਚ ਰਹਿੰਦਾ ਹੋਇਆ ਵੀ ਵਾਹਿਗੁਰੂ ਨਿਰਲੇਪ ਹੈ, ਦੁੱਖ ਸੁੱਖ ਤੋਂ ਰਹਿਤ ਹੈ। ਜੀਵ ਆਤਮਾ ਕੋ ਉਰ ਧਾਰੋ, ਇਉਂ ਭਾਈ ਆਤਮਾ ਨੂੰ
ਹਿਰਦੇ 'ਚ ਧਾਰਨ ਕਰ ਲਓ। ਇਸ ਪ੍ਰਕਾਰ ਜਿਨ ਸਮਝਨ ਕੀਨ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਇਸ ਪ੍ਰਕਾਰ ਜਿਹਨੇ ਇਹ ਗੱਲ ਨੂੰ ਸਮਝ ਲਿਆ, ਇਹੀ ਗਿਆਨ ਹੈ ਜਿਹਨੂੰ ਬ੍ਰਹਮ ਗਿਆਨ ਕਿਹਾ ਜਾਂਦਾ ਹੈ। ਜਿਹਨੇ ਨਿਸ਼ਚਾ ਕਰ ਲਿਆ ਇਹਦੇ ਤੇ, ਸੇ ਗੁਰ ਕੇ ਸਿੱਖ ਪਰਮ ਪ੍ਰਵੀਨ। ਉਹ ਗੁਰੂ ਕੇ ਸਿੱਖ ਪਰਮ ਪ੍ਰਵੀਨ, ਸਭ ਤੋਂ ਵੱਡੇ ਗੁਰਸਿੱਖ ਹੋਣ। ਗੁਰਸਿੱਖੋ ਮਾਰੇ ਕਹਿੰਦੇ ਜਿਹੜੇ ਇਹ ਗੱਲ ਨੂੰ ਜਾਣ ਲੈਣ। ਸੁਨ ਜਮਾਲ ਗੁਰ ਕੋ ਸਿੱਖ ਭਇਓ। ਗੁਰੂ ਦਾ ਸਿੱਖ ਬਣ ਗਿਆ। ਕਹਿੰਦਾ ਸੱਚੇ ਪਾਤਸ਼ਾਹ ਤੇਰੀ ਕਿਰਪਾ ਤੋਂ ਬਿਨਾਂ ਬ੍ਰਹਮ ਗਿਆਨ ਨਹੀਂ ਹੋ ਸਕਦਾ। ਇਹ ਉਪਦੇਸ਼ ਦਿੰਦਿਆਂ ਦਿੰਦਿਆਂ ਸਤਿਗੁਰੂ ਨੇ ਕਿਰਪਾ ਕਰ ਦਿੱਤੀ। ਦੀਵਾ ਤਿਆਰ ਸੀ, ਬੱਤੀ ਤਿਆਰ ਸੀ, ਤੇਲ ਪਿਆ ਸੀ, ਤੀਲਾ ਘਸਾਉਣ ਦੀ ਦੇਰ ਸੀ। ਮਹਾਰਾਜ ਨੇ ਤੀਲਾ ਘਸਾਇਆ, ਪੜਕ ਦੇ ਕੇ ਬ੍ਰਹਮ ਗਿਆਨ ਹੋ ਗਿਆ। ਗੁਰੂ ਦਾ ਸਿੱਖ ਬਣ ਗਿਆ, ਬ੍ਰਹਮ ਗਿਆਨੀ ਹੋ ਗਿਆ। ਜੜ ਚੇਤਨ ਕੋ ਨਿਰਣੈ ਕਿਓ। ਜੜ ਤੇ ਚੇਤਨ ਦਾ ਨਿਰਣਾ ਕਰ ਲਿਆ। ਅੱਗੇ ਕਿਸੇ ਹੋਰ ਸਿੱਖ ਦੀ ਸਾਖੀ ਚਲੇਗੀ ਕੱਲ ਨੂੰ। ਅੱਜ ਭਾਈ ਜਮਾਲ ਦੀ ਸਾਖੀ ਸੀ। ਇਤਿਹਾਸ ਸਾਧ ਸਿੰਘ ਜੀ ਇਹ ਵੀ 2-3 ਦਿਨਾਂ ਵਿੱਚ ਇਸ ਕਰਕੇ ਪੂਰਾ ਹੋਣਾ ਹੈ। ਇਹਦੇ 'ਚ ਗੂੜ ਵਿਚਾਰਾਂ ਸਨ। ਗੁਰੂ ਕਿਰਪਾ ਕਰੇ। ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਇਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ ਹੈ। ਦੂਸਰਾ, ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੈ ਭਾਈ, ਜਿਸ ਪ੍ਰਕਾਰ ਰਾਜਵਾਣੇ ਦੀ ਫਾਂਸੀ ਦਾ ਹੁਕਮ ਸਰਕਾਰ ਵੱਲੋਂ ਹੋਣ ਤੋਂ ਸਾਰੀਆਂ ਸੰਗਤਾਂ ਨੇ ਸਾਥ ਦਿੱਤਾ। ਭੁੱਲਰ ਦੀ ਫਾਂਸੀ ਤੇ ਵੀ ਸਾਧ ਸੰਗਤ ਜੀ ਇਕਮੁੱਠ ਹੋ ਕਰਕੇ, ਇਸ ਦੀ ਜਾਨ ਬਚਾਉਣ ਦੀ ਬਾਤ ਨਹੀਂ, ਕੌਮੀ ਕੰਮ ਹੈ ਸਾਡਾ। ਸਾਰੇ ਗੁਰਸਿੱਖਾਂ ਦਾ ਫਰਜ਼ ਬਣਦਾ ਹੈ ਕਿ ਬੇਗੁਨਾਹ ਨੂੰ ਧੱਕੇ ਤੇ ਇਸ ਤਰ੍ਹਾਂ ਸਿੱਖ ਹੋਣ ਦੇ ਨਾਤੇ ਫਾਹੇ ਨਾ ਚੜ੍ਹਿਆ ਜਾਵੇ। ਇਹਦੇ ਲਈ ਸਾਸੀ ਸੰਤ ਸਮਾਜ ਆਪਣੇ ਤੌਰ ਤੇ ਯਤਨ ਕਰ ਰਿਹਾ ਹੈ। ਸਿੱਖ ਬੰਦੇ ਜਥੇਬੰਦੀਆਂ ਉਹ ਵੀ ਆਪਣੇ ਆਪਣੇ ਤੌਰ ਤੇ ਯਤਨ ਕਰ ਰਹੀਆਂ ਹਨ। ਤੇ ਸਿੱਖਾਂ ਦੀਆਂ ਸਰਕਾਰਾਂ ਆਪਣੇ ਜਿਹੜੇ ਵੀ ਗਏ, ਤੇ ਇਹਨਾਂ ਸਾਰਿਆਂ ਦਾ ਹੀ ਧੰਨਵਾਦ। ਜਿੰਨੇ ਰਾਜਸੀ ਵੀਰ ਜਿਹੜੇ ਨੇ, ਭਾਵੇਂ ਉਹ ਕਾਂਗਰਸੀ ਹੋਣ ਭਾਵੇਂ ਅਕਾਲੀ ਹੋਣ, ਜਿਨ੍ਹਾਂ ਨੇ ਭੁੱਲਰ ਦੀ ਫਾਂਸੀ ਦੇ ਵਾਸਤੇ ਇਹ ਯਤਨ ਕੀਤਾ ਵੀ ਉਹਨੂੰ ਫਾਂਸੀ ਨਾ ਲੱਗੇ, ਸਭ ਦਾ ਹੀ ਧੰਨਵਾਦ ਹੈ। ਤੇ ਹੋਰ ਵੀ ਯਤਨ ਕਰੋ ਤਾਂ ਕਿ ਸਾਰੀ ਜਗ੍ਹਾ ਤੋਂ ਦਬਾਅ ਬਣੇ ਤੇ ਇਸ ਕਰਕੇ ਉਹ ਗੁਰਸਿੱਖ ਦੀ ਜਾਨ ਬਚ ਸਕੇ। ਗੁਰੂ ਕਿਰਪਾ ਕਰੇ। ਇੱਥੇ ਸਮਾਪਤੀ ਭੁੱਲਾਂ ਚੁਕਾਉਣ ਕੇ ਸੁਨ ਜਮਾਲ ਗੁਰ ਕੋ ਸਿੱਖ ਭਇਓ। ਜੜ ਚੇਤਨ ਕੋ ਨਿਰਣੈ ਕਿਓ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨਨਾਥ ਅਨਾਥ ਸਕੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਾਇਆ, ਅੰਧ ਕੂਪ ਮਾਪਿਆ ਨਾਨਕ ਵਾਰਤਾ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ। ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ